ਹੈਲੋ ਮਾਈ ਡੀਅਰ ਫਰੈਂਡਸ, ਸਭ ਨੂੰ ਸਤਿ ਸ਼੍ਰੀ ਅਕਾਲ। ਔਰ ਅੱਜ ਜਿਵੇਂ ਕਿ ਆਪਣਾ ਟਾਈਮ ਫਿਕਸ ਸੀ, ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 5 ਤੋਂ ਲੈ ਕੇ 5:30 ਦੇ ਵਿੱਚ ਆਪਾਂ ਲਾਈਵ ਹੋਵਾਂਗੇ। ਸੋ ਮੈਂ ਦੀਪ ਅਰੋੜਾ ਮਾਈ ਵੀਜ਼ਾ ਓਵਰਸੀਜ਼ ਤੋਂ ਕੁਮਾਰ ਮੰਡੀ ਲੁਧਿਆਣਾ ਤੋਂ ਅੱਜ ਤੁਹਾਡੇ ਨਾਲ ਫਿਰ ਇੱਕ ਵਾਰੀ ਇੰਟਰੈਕਟਿਡ ਆ। ਔਰ ਅੱਜ ਕੁਝ ਗੱਲਾਂ ਕਰਾਂਗੇ, ਕੁਝ ਖੁਸ਼ਖਬਰੀਆਂ ਨੇ ਉਹ ਵੀ ਨਾਲ ਸ਼ੇਅਰ ਕਰਾਂਗੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਅੱਜ USA ਦਾ ਜਿਹੜਾ ਸਟੱਡੀ ਵੀਜ਼ਾ ਹੈ ਉਹ ਵੀ ਡਿਸਕਸ ਕਰਾਂਗੇ। ਤਾਂ ਜਿਹੜੇ ਸਟੂਡੈਂਟ ਨੇ ਜਾਂ ਜਿਹੜੇ ਕੰਸਲਟੈਂਟਸ ਨੇ ਜਿਨ੍ਹਾਂ ਨੇ ਹਾਲੇ ਸਟਾਰਟਿੰਗ ਕੀਤੀ ਹੈ ਆਪਣੇ ਆਫਿਸਿਸ ਦੀ, ਤੇ ਉਹ ਮੇਰੇ ਨਾਲ ਜੁੜ ਕੇ ਬੈਨੀਫਿਟ ਲੈ ਸਕਦੇ ਨੇ। ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇੰਨਾ ਟਰਸਟ ਕਰਦੇ ਹੋ, ਇੰਨਾ ਫੇਥ ਕਰਦੇ ਹੋ ਮਾਈ ਵੀਜ਼ਾ ਤੇ, ਜਿਹਦਾ ਅਸੀਂ ਦੇਣਾ ਨਹੀਂ ਦੇ ਸਕਦੇ। ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਜੋ ਤੁਸੀਂ ਲਾਈਕਸ ਦਿੰਦੇ ਹੋ ਮਾਈ ਵੀਜ਼ਾ ਓਵਰਸੀਜ਼ ਦੇ YouTube ਚੈਨਲ ਨੂੰ ਜਾਂ ਫੇਸਬੁੱਕ ਦੀ ਵੀਡੀਓਜ਼ ਨੂੰ, ਮੇਰਾ ਭਵਿੱਖ ਵਿਦੇਸ਼ ਦੇ ਵਿੱਚ ਜਿਹੜਾ ਅਸੀਂ ਮੰਚ ਤੋਂ ਇਹ ਸ਼ੁਰੂ ਕੀਤਾ ਹੈ ਮਾਈ ਵੀਜ਼ਾ ਓਵਰਸੀਜ਼ ਕੁਮਾਰ ਮੰਡੀ ਤੋਂ, ਤੇ ਤੁਸੀਂ ਬਹੁਤ ਹੀ ਟਰਸਟ ਕਰਦੇ ਹੋ। ਇਹਦਾ ਮਤਲਬ ਇਹ ਬਾਕਮਾਲ ਹੈ। ਤੁਸੀਂ ਸ਼ੇਅਰ ਕਰਦੇ ਹੋ ਸਾਡੀ ਵੀਡੀਓਜ਼ ਨੂੰ। ਮੈਂ ਕਈ ਵਾਰ ਦੇਖਿਆ ਕਿ ਵਿਊਜ਼ ਘੱਟ ਹੁੰਦੇ ਨੇ, ਸ਼ੇਅਰ ਤੁਸੀਂ ਮੈਕਸਿਮਮ ਕਰ ਦਿੰਦੇ ਹੋ ਤਾਂ ਕਿ ਜਿਹੜੇ ਬਾਕੀ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਉਸ ਕੰਟਰੀ ਦਾ ਫਾਇਦਾ ਹੋ ਸਕੇ। ਕਈ ਹੁਣ ਮੈਂ ਸਟਾਰਟਿੰਗ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਕਿ ਕੈਨੇਡਾ ਦੇ ਸਟੱਡੀ ਵੀਜ਼ਾ ਤੋਂ ਲੈ ਕੇ ਫਿਰ ਕੈਨੇਡਾ ਦਾ ਵਿਜ਼ਟਰ ਵੀਜ਼ਾ ਕੀਤਾ, ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਕੀਤਾ, ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਕੀਤਾ, ਫਿਰ ਆਪਾਂ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਕੀਤਾ, ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਕੀਤਾ। ਹੁਣ ਆਪਾਂ USA ਦਾ ਸਟੱਡੀ ਵੀਜ਼ਾ ਕਰ ਰਹੇ ਹਾਂ। ਨੋ ਡਾਊਟ ਕਿ ਅਗਲੀ ਵਾਰੀ ਆਪਾਂ USA ਦਾ ਵਿਜ਼ਟਰ ਵੀਜ਼ਾ ਵੀ ਕਰਾਂਗੇ। ਬਟ ਜੋ ਤੁਸੀਂ ਇੰਨਾ ਇੱਜ਼ਤ, ਪਿਆਰ, ਮੁਹੱਬਤ, ਸਤਿਕਾਰ ਦਿੰਦੇ ਹੋ, ਅਸੀਂ ਇਹਦੇ ਕਾਬਿਲ ਨਹੀਂ ਹੈਗੇ। ਬਟ ਸੈਲੂਟ ਕਰਦੇ ਹਾਂ ਤੁਹਾਡੇ ਇਸ ਵਿਸ਼ਵਾਸ ਨੂੰ। ਔਰ ਸੈਕਿੰਡ ਖੁਸ਼ਖਬਰੀ ਤੁਹਾਨੂੰ ਇਹ ਦੇਣਾ ਚਾਹੁੰਦੇ ਹਾਂ ਕਿ ਮਾਈ ਵੀਜ਼ਾ ਓਵਰਸੀਜ਼ ਦੀ ਜਿਹੜੀ ਬ੍ਰਾਂਚ ਹੈ, ਤੁਹਾਡੇ ਪਿਆਰ ਸਦਕਾ, ਤੁਹਾਡੇ ਆਸ਼ੀਰਵਾਦ ਸਦਕਾ, ਅਸੀਂ ਸ਼੍ਰੀ ਗੰਗਾਨਗਰ ਰਾਜਸਥਾਨ ਦੇ ਵਿੱਚ ਨਵੀਂ ਬ੍ਰਾਂਚ ਓਪਨ ਕੀਤੀ ਹੈ। ਔਰ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ, ਜਿਹੜੀ ਇਹਦੀ ਸ਼ੁਰੂਆਤ ਹੋ ਜਾਏਗੀ, ਜਿਹੜੀ ਅਸੀਂ ਆਫਿਸ ਵਿੱਚ ਬੈਠਣਾ ਸ਼ੁਰੂ ਕਰਾਂਗੇ, ਉਹ ਅਸੀਂ 15 ਤਰੀਕ ਨੂੰ ਅਸੀਂ ਇਹਦੀ ਲਾਂਚਿੰਗ ਕਰ ਰਹੇ ਹਾਂ। तो 15 ਤਰੀਕ ਨੂੰ ਮੈਂ ਉੱਥੇ ਹੋਵਾਂਗਾ। ਸੋਮਵਾਰ ਤੇ ਮੰਗਲਵਾਰ ਨੂੰ ਮੈਂ ਹਰ ਸੋਮਵਾਰ ਮੰਗਲਵਾਰ ਨੂੰ ਮੈਂ ਰਾਜਸਥਾਨ ਸ਼੍ਰੀ ਗੰਗਾਨਗਰ ਦਾ ਜਿਹੜਾ ਸਾਡਾ ਬ੍ਰਾਂਚ ਆਫਿਸ ਹੈ ਉੱਥੇ ਹੋਵਾਂਗਾ। ਜੇ ਸਾਡਾ ਹੈੱਡ ਆਫਿਸ ਜਿਹੜਾ ਰੀਜਨਲ ਆਫਿਸ ਹੈ ਇਹ ਕੁਮਾਰ ਮੰਡੀ ਲੁਧਿਆਣਾ ਹੀ ਰਹੇਗਾ। ਤੇ ਅਸੀਂ ਤੁਹਾਡੇ ਪਿਆਰ ਸਦਕਾ, ਤੁਹਾਡੇ ਆਸ਼ੀਰਵਾਦ ਸਦਕਾ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਤੁਹਾਡਾ ਪਿਆਰ ਮਿਲਦਾ ਰਹੇਗਾ ਅਸੀਂ ਹੋਰ ਬ੍ਰਾਂਚਿਸ ਵੀ ਤੁਹਾਡੇ ਈਵਨ ਘਰ ਦੇ ਨਜ਼ਦੀਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਔਰ ਤੁਹਾਨੂੰ ਦੱਸਿਆ ਸੀ ਕਿ ਜਿਵੇਂ HV ਗਲੋਬਲ ਇਮੀਗ੍ਰੇਸ਼ਨ ਲਿਮਟਿਡ ਦੇ ਨਾਲ ਸਾਡਾ ਕੈਲਗਰੀ ਦੇ ਵਿੱਚ ਵੀ ਟਾਈ ਅਪ ਹੋਇਆ ਹੈ। ਔਰ ਅਸੀਂ ਅਥਾਰਟੀ ਲਈ ਉਹਨਾਂ ਕੋਲ, ਅਸੀਂ ਅਥੋਰਾਈਜ਼ ਏਜੰਸੀ ਲਈ ਹੈ ਉਹਨਾਂ ਕੋਲੋਂ। ਤੇ ਤੁਸੀਂ ਕੋਈ ਵੀ PR ਦੀ ਫਾਈਲਸ ਹੈ, ਪਰਮਨੈਂਟ ਰੈਜ਼ੀਡੈਂਸੀ ਦੀ ਕੈਨੇਡਾ ਦੀ, ਉਹ ਤੁਸੀਂ HV ਗਲੋਬਲ ਇਮੀਗ੍ਰੇਸ਼ਨ ਲਿਮਟਿਡ ਤੋਂ ਵੀ ਕਰਵਾ ਸਕਦੇ ਹੋ। ਸਾਡਾ ਜਿਹੜਾ ਵਰਚੁਅਲ ਆਫਿਸ ਹੈ ਉਹ ਕੈਲਗਰੀ ਦੇ ਵਿੱਚ ਹੈ। ਉਮੀਦ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸਾਡਾ ਜਿਹੜਾ ਫਿਜ਼ੀਕਲ ਆਫਿਸ ਹੈ ਉਹ ਵੀ ਕੈਨੇਡਾ ਦੇ ਵਿੱਚ, ਕੈਲਗਰੀ ਦੇ ਵਿੱਚ ਅਸੀਂ ਓਪਨ ਕਰਨ ਜਾ ਰਹੇ ਹਾਂ। ਸੋ ਤੁਹਾਡਾ ਆਸ਼ੀਰਵਾਦ, ਤੁਹਾਡਾ ਪਿਆਰ ਚਾਹੀਦਾ ਹੈ। ਇਸੇ ਤਰੀਕੇ ਨਾਲ ਸਾਡੇ ਤੇ ਟਰਸਟ ਬਣਾਈ ਰੱਖੋ। ਔਰ ਮਾਈ ਵੀਜ਼ਾ ਓਵਰਸੀਜ਼ ਦੀ ਸ਼ੁਰੂ ਤੋਂ ਕੋਸ਼ਿਸ਼ ਇਹੀ ਰਹੀ ਹੈ ਕਿ ਤੁਹਾਡੇ ਟਰਸਟ ਤੇ ਅਸੀਂ ਪੂਰਾ ਖਰਾ ਉਤਰੀਏ, ਇਮਾਨਦਾਰੀ ਦੇ ਨਾਲ, ਟਰਾਂਸਪੇਰੈਂਸੀ ਦੇ ਨਾਲ ਅਸੀਂ ਕੰਮ ਕਰੀਏ। ਔਰ ਜਿੰਨੀ ਅਸੀਂ ਨੌਲੇਜ ਨੂੰ ਅਪਡੇਟ ਕਰਦੇ ਹਾਂ ਉਹ ਤੁਹਾਨੂੰ ਪਹੁੰਚਾ ਦਈਏ। ਮੈਂ ਆਪਣੇ ਜਿਹੜਾ ਮੇਰਾ WhatsApp ਦਾ ਵੀ ਨੰਬਰ 9815873700 ਹੈ, ਇਹਦੇ ਤੇ ਸਟੇਟਸ ਤੇ ਵੀ ਮੈਂ ਅਪਡੇਸ਼ਨ ਜਿਹੜੀ ਸਾਨੂੰ ਕੈਨੇਡਾ ਤੋਂ, ਐਮਬੈਸੀ ਤੋਂ ਆਉਂਦੀਆਂ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਆਉਂਦੀਆਂ ਨੇ, ਉਹ ਅਸੀਂ ਨਾਲ ਨਾਲ ਸ਼ੇਅਰ ਕਰਦੇ ਰਹਿੰਦੇ ਤਾਂ ਕਿ ਕੋਈ ਵੀ ਸਾਡਾ ਕੰਸਲਟੈਂਟ ਹੋਵੇ, ਮੇਰਾ ਕੰਸਲਟੈਂਟ ਭਰਾ ਹੋਵੇ, ਜਾਂ ਸਾਡੇ ਕਲਾਇੰਟਸ ਹੋਣ ਜਾਂ ਸਾਡੇ ਵਿਊਅਰਸ ਹੋਣ, ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਠੱਗੀ ਦਾ ਸਾਹਮਣਾ ਨਾ ਕਰਨਾ ਪਵੇ, ਕੋਈ ਫਰਾਡੂਲੈਂਟ ਐਕਟੀਵਿਟੀਜ਼ ਦਾ ਸਾਹਮਣਾ ਨਾ ਕਰਨਾ ਪਵੇ। ਤੋ ਫੀਸਾਂ ਜਿਹੜੀਆਂ ਅਸੀਂ ਲੈਂਦੇ ਹਾਂ, ਜਿਹੜੀਆਂ ਸਰਵਿਸਿਜ਼ ਚਾਰਜ ਲੈਂਦੇ ਹਾਂ, ਉਹ ਸਰਕਾਰ ਤੋਂ ਜਿਹੜੀਆਂ ਮਿੱਥੀਆਂ ਹੋਈਆਂ ਨੇ ਉਹੀ ਫੀਸਾਂ ਲੈਂਦੇ ਹਾਂ ਅਸੀਂ, ਕੋਈ ਲੱਖਾਂ ਦੇ ਵਿੱਚ ਚਾਰਜ ਨਹੀਂ ਕਰਦੇ। ਔਰ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਵੱਧ ਤੋਂ ਵੱਧ ਇਸ ਪਰਿਵਾਰ ਦੇ ਵਿੱਚ ਮੈਂਬਰ ਜੁੜਨ। ਔਰ ਸ਼੍ਰੀ ਗੰਗਾਨਗਰ ਤੋਂ ਤੁਸੀਂ ਮੰਨੋ ਕਿ ਅਬੋਹਰ ਦਾ ਜਿਹੜਾ ਡਿਸਟੈਂਸ ਹੈ ਉਹ 30-40 ਕਿਲੋਮੀਟਰ ਹੈ। ਜਿਹੜੇ ਉੱਥੋਂ ਦੇ ਮੇਰੇ ਜਿਹੜੇ ਫਰੈਂਡ ਸਰਕਲ ਨੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ, ਜਾਂ ਮਲੋਟ ਦੇ ਵਿੱਚ ਵੀ ਜੇ ਲੋਕ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ, ਉਸ ਤੋਂ ਨਾਲ ਨਾਲ ਕੋਟਕਪੂਰਾ ਹੈ, ਮੋਗਾ ਹੈ,
ਜਗਰਾਓ ਹੈ। तो एक ਕੰਪਲੀਟ ਬੈਲਟ ਹੈ ਸ਼੍ਰੀ ਗੰਗਾਨਗਰ ਤੋਂ ਆਪਾਂ ਜੇ ਗੱਲ ਕਰੀਏ तो ਜਿਹੜੇ ਮੇਰੇ ਫਰੈਂਡ ਸਰਕਲ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ ਤਾਂ ਉਹ ਮੈਨੂੰ 9815873700 ਤੇ ਡਾਇਰੈਕਟ ਕਾਲ ਕਰ ਸਕਦੇ ਨੇ। ਸਾਡੇ ਜਿਹੜੇ ਗੰਗਾਨਗਰ ਦੇ ਆਫਿਸ ਦੇ ਵਿੱਚ ਜਿਹੜੇ ਅੱਗੋਂ ਮੇਰੇ ਉੱਥੇ EMPLOYEES ਕੰਮ ਕਰਨਗੇ ਤੁਹਾਨੂੰ ਅਸੀਂ ਉਹਨਾਂ ਦੇ ਨੰਬਰ ਵੀ ਸ਼ੇਅਰ ਕਰਾਂਗੇ ਔਰ ਤੁਸੀਂ ਉਹਨਾਂ ਦੀ ਵੀ ਸਰਵਿਸਿਜ਼ ਲੈ ਸਕਦੇ ਹੋ। ਇੱਕ ਤੁਹਾਨੂੰ ਮੈਂ ਗੱਲ ਜਿਹੜੀ ਬਹੁਤ ਜ਼ਰੂਰੀ ਦੱਸਣਾ ਚਾਹੁੰਦਾ ਸੀ ਉਹ ਇਹ ਹੈ ਕਿ ਫਰਮ ਦ ਲਾਸਟ 1 or 2 ਡੇਜ਼ ਕੈਨੇਡਾ ਦੀ ਐਮਬੈਸੀਜ਼ ਤੋਂ ਕਾਲਸ ਆ ਰਹੀਆਂ ਨੇ, ਇੰਟਰਵਿਊ ਕਾਲਸ ਆ ਰਹੀਆਂ ਨੇ। तो ਤਿਆਰ ਰਹੋ ਕਿ ਜਿਹੜੇ ਸਟੂਡੈਂਟਸ ਮਈ ਇਨਟੇਕ ਦੇ ਵਿੱਚ ਜਾਂ ਅਗਲੇ ਮਹੀਨੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇੰਟਰਵਿਊ ਕਾਲਸ ਆ ਰਹੀਆਂ ਨੇ ਕੈਨੇਡੀਅਨ ਹਾਈ ਕਮਿਸ਼ਨਸ ਤੋਂ। तो क्वेश्चंस ਜਿਹੜੇ ਨੇ ਅਪਰੋਕਸੀਮੇਟਲੀ 30+ ਕੁਐਸਚਨਸ ਮੈਂ ਆਪਣੇ ਫੇਸਬੁੱਕ ਤੇ ਵੀ ਪਾਏ ਨੇ ਔਰ ਜੇ ਨਹੀਂ ਤੁਹਾਨੂੰ ਮਿਲੇ ਤਾਂ ਮੈਂ ਜੇ ਤੁਸੀਂ ਮੈਨੂੰ ਫੋਨ ਵੀ ਕਰਦੇ ਹੋ ਤੇ ਮੈਂ ਤੁਹਾਨੂੰ ਇੰਡੀਵਿਜੂਅਲ ਵੀ ਉਹ ਜਿਹੜੇ ਕੁਐਸਚਨਸ ਨੇ ਉਹਨਾਂ ਦੇ ਆਨਸਰਸ ਨੇ ਉਹ ਦੇ ਸਕਦਾ ਕਿ ਤੁਹਾਨੂੰ ਕਿਹੜੇ ਕੁਐਸਚਨਸ ਕਿਵੇਂ ਪ੍ਰਿਪੇਅਰ ਕਰਨੇ ਚਾਹੀਦੇ ਨੇ ਔਰ ਇਹ ਸਾਰਾ ਫ੍ਰੀ ਆਫ ਕਾਸਟ ਹੈ। ਇਹਦੇ ਮਾਈ ਵੀਜ਼ਾ ਕੋਈ ਚਾਰਜ ਨਹੀਂ ਕਰਦਾ। ਸੋ ਇਟ ਇਜ਼ ਦ ਹਿਸਟਰੀ ਕਿ ਕੈਨੇਡਾ ਨੇ ਅੱਜ ਤੱਕ ਕਦੀ ਇੰਟਰਵਿਊ ਨਹੀਂ ਲਈ ਬਟ ਕਿਉਂਕਿ ਜਿਹੜੀ ਫਾਈਲਸ ਨੇ ਉਹ ਬੜੀ ਬਲਕ ਦੇ ਵਿੱਚ ਨੇ, ਬੜੇ ਚੂਜ਼ੀ ਹੋ ਜਾਂਦੀ ਹੈ ਕੰਟਰੀ ਜਦੋਂ ਜ਼ਿਆਦਾ ਸਟੂਡੈਂਟਸ ਆ ਜਾਂਦੇ ਨੇ। ਸੋ ਇਟਸ ਗੁੱਡ ਅਗੇਨ ਕਿ ਕੁਆਲਿਟੀ ਵਾਲੇ ਸਟੂਡੈਂਟਸ ਹੀ ਕਿਸੇ ਕੰਟਰੀ ਨੂੰ ਲੈਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੇ ਅੱਗੋਂ PR ਲੈਣੀ, ਉਹਨਾਂ ਨੇ ਕੋਈ ਸਿਟੀਜ਼ਨਸ਼ਿਪ ਲੈਣੀ ਹੁੰਦੀ ਹੈ ਤਾਂ ਹਰ ਇੱਕ ਕੰਟਰੀ ਦਾ ਇੱਕ ਵਿਚਾਰ ਹੁੰਦਾ ਕਿ ਉਹ ਚੰਗੇ ਸਟੂਡੈਂਟਸ ਨੂੰ ਰਿਕਰੂਟ ਕਰੇ ਤਾਂ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਜਦੋਂ ਪਰਮਨੈਂਟ ਰੈਜ਼ੀਡੈਂਸੀ ਲੈਂਦੇ ਨੇ ਜਾਂ ਸਿਟੀਜ਼ਨਸ਼ਿਪ ਦੇ ਵਿੱਚ ਕ੍ਰਾਈਟੇਰੀਆ ਫੋਲੋ ਕਰਦੇ ਨੇ ਤਾਂ ਉਹ ਇੱਕ ਚੰਗੇ ਵਸਨੀਕ ਬਣ ਸਕਣ ਉਸ ਕੰਟਰੀ ਦੇ। ਸੋ ਤੁਸੀਂ ਸਾਡੇ YouTube ਚੈਨਲ ਜਿਹੜਾ ਹੈ ਮਾਈ ਵੀਜ਼ਾ ਦਾ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਜਿਹੜੀਆਂ ਵੀਡੀਓਜ਼ ਬਣੀਆਂ ਨੇ ਜਿਹੜੀਆਂ ਹੁਣ ਅਸੀਂ ਲਾਈਵ ਹੁੰਦੇ ਆ ਉਹਦੀ ਰਿਕਾਰਡਡ ਵੀਡੀਓਜ਼ ਵੀ ਤੁਸੀਂ ਉੱਥੇ ਦੇਖ ਸਕਦੇ ਹੋ ਔਰ ਪਿਛਲੇ 3 ਸਾਲਾਂ ਤੋਂ ਅਸੀਂ ਤਕਰੀਬਨ 70 ਤੋਂ ਵੱਧ ਵੀਡੀਓਜ਼ ਅਸੀਂ ਪਾਈਆਂ ਹੋਈਆਂ ਨੇ। ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK, ਸਿੰਗਾਪੁਰ, ਸਾਈਪਰਸ, ਇਟਲੀ ਜਿੰਨੇ ਵੀ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾਜ਼ ਨੇ ਉਹਨਾਂ ਦੀ ਤੁਸੀਂ ਟਰਾਂਸਪੇਰੈਂਟ ਜਿਹੜੀ ਨੌਲੇਜ ਹੈ ਉਹ ਉੱਥੇ ਲੈ ਸਕਦੇ ਹੋ। ਸੋ ਆਪਾਂ ਜੋ ਮੁਕਰਰ ਕੀਤਾ ਸੀ, ਜੋ ਸੋਚਿਆ ਸੀ ਕਿ ਆਪਾਂ USA ਦਾ ਸਟੱਡੀ ਵੀਜ਼ਾ ਅੱਜ ਡਿਸਕਸ ਕਰਾਂਗੇ ਤਾਂ ਉਹ ਸਟੂਡੈਂਟ, ਉਹ ਮੇਰੇ ਫਰੈਂਡ ਜਿਹੜੇ ਕਿ USA ਦੇ ਵਿੱਚ ਸਟੱਡੀ ਕਰਨਾ ਦੇ ਵਿੱਚ ਇੰਟਰਸਟਿਡ ਨੇ ਤਾਂ ਅਗਲੇ 5-7-10 ਮਿੰਟ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਸਾਰੀ ਗੱਲਾਂ ਜਿਹੜੀਆਂ ਨੇ ਖੋਲ ਕੇ ਸਮਝਾ ਦਈਏ। ਬੜੀ ਈਜ਼ੀਲੀ ਅਸੀਂ ਸਟੈਪ ਬਾਈ ਸਟੈਪ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਕੁਐਸਚਨਸ ਨਾ ਰਵੇ। ਤੇ ਸ਼ੁਰੂਆਤ ਕਰਦੇ ਹਾਂ ਕਿ ਜਿਹੜਾ ਸਟੂਡੈਂਟ USA ਦਾ ਸਟੱਡੀ ਵੀਜ਼ਾ ਲੈਣਾ ਚਾਹੁੰਦਾ ਹੈ ਉਹਦੇ ਲਈ ਕੀ ਫੀਸਿਸ ਨੇ, ਕੀ ਸਟਰਕਚਰ ਉਹਨਾਂ ਦਾ, ਕਿਵੇਂ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ, ਕਿਵੇਂ PR ਮਿਲਣਗੇ, ਕਿਵੇਂ ਗ੍ਰੀਨ ਕਾਰਡ ਮਿਲੇਗਾ ਉਹਨਾਂ ਨੂੰ, ਉਹਦੇ ਅੱਗੇ ਉਹਦੇ ਸਟੈਪ ਬਾਈ ਸਟੈਪ ਆਪਾਂ ਗੱਲ ਕਰਨ ਜਾ ਰਹੇ ਹਾਂ। ਸੋ ਫਸਟ ਆਫ ਆਲ ਪਹਿਲਾਂ ਤਾਂ ਜੇ ਆਪਾਂ USA ਦੀ ਗੱਲ ਕਰੀਏ ਤਾਂ USA ਜਿਹੜਾ ਇਹ 50 ਸਟੇਟਸ ਦੀ ਕੰਬੀਨੇਸ਼ਨ ਰੱਖਦਾ ਹੈ। ਇਹਦੀ ਜਿਓਗ੍ਰਾਫੀਕਲ ਕੰਬੀਨੇਸ਼ਨ ਹੈ, ਇਹ 50 ਸਟੇਟਸ ਦੀ ਜਿਓਗ੍ਰਾਫੀ ਰੱਖਦਾ ਔਰ ਵਾਸ਼ਿੰਗਟਨ DC ਜਿਹੜੀ ਹੈ ਇਹਦੀ ਕੈਪੀਟਲ ਹੈ ਔਰ ਨਿਊਯਾਰਕ ਇਹਦੀ ਲਾਰਜੈਸਟ ਸਿਟੀ ਹੈ। 3000 ਤੋਂ ਉੱਪਰ ਯੂਨੀਵਰਸਿਟੀਜ਼ ਐਂਡ ਕਾਲਜਸ ਨੇ USA ਦੇ ਵਿੱਚ ਔਰ ਤੁਸੀਂ ਇਹ ਮੰਨ ਕੇ ਚਲੋ ਕਿ ਪੂਰੇ ਵਰਲਡ ਦੇ ਵਿੱਚ 2 ਕਿਸਮ ਦੀਆਂ ਐਜੂਕੇਸ਼ਨ ਸਿਸਟਮ ਚੱਲਦੀਆਂ ਨੇ। ਇੱਕ ਹੁੰਦੀਆਂ ਨੇ ਬ੍ਰਿਟਿਸ਼ ਐਜੂਕੇਸ਼ਨ ਸਿਸਟਮ, ਇੱਕ ਹੁੰਦੀਆਂ ਨੇ ਅਮਰੀਕਨ ਐਜੂਕੇਸ਼ਨ ਸਿਸਟਮ। ਬ੍ਰਿਟਿਸ਼ ਐਜੂਕੇਸ਼ਨ ਸਿਸਟਮ ਕੀ ਹੁੰਦਾ ਕਿ ਉਹ 'ਚ 3 ਸਾਲ ਦੀ ਬੈਚਲਰ ਹੁੰਦੀ ਹੈ, 2 ਸਾਲ ਦੀ ਮਾਸਟਰਸ ਹੁੰਦੀ ਹੈ। ਬਟ ਜਿਹੜੀ ਅਮਰੀਕਨ ਐਜੂਕੇਸ਼ਨ ਸਿਸਟਮ ਹੈ ਇਹਦੇ ਵਿੱਚ 4 ਸਾਲ ਦੀ ਜਿਹੜੀ ਬੈਚਲਰ ਹੈ ਔਰ 2 ਸਾਲ ਦੀ ਮਾਸਟਰ ਹੈ। ਇਹਦੇ ਵਿੱਚ 2 ਸਾਲ ਦੀ ਐਸੋਸੀਏਟ ਡਿਗਰੀ ਵੀ ਹੁੰਦੀ ਹੈ। ਪਰ ਜਦੋਂ ਤੁਸੀਂ USA ਦਾ ਵੀਜ਼ਾ ਤੁਹਾਨੂੰ ਮਿਲ ਜਾਂਦਾ ਹੈ ਉਹ ਤੁਹਾਨੂੰ ਵੀਜ਼ਾ 5 ਸਾਲ ਲਈ ਮਿਲਦਾ ਹੈ। ਹੁਣ ਉਸ 5 ਸਾਲ ਦੇ ਵਿੱਚ ਤੁਸੀਂ ਐਸੋਸੀਏਟ ਡਿਗਰੀ ਕਰਨੀ 2 ਸਾਲ ਦੀ ਜਾਂ ਤੁਸੀਂ 4 ਸਾਲ ਦੀ ਡਿਗਰੀ ਕਰਨੀ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਤਾਂ ਪ੍ਰੋਸੈਸ ਕਿਵੇਂ ਸਟਾਰਟ ਹੁੰਦਾ ਹੈ? ਸਾਡੇ ਕੋਲ ਮੰਨ ਲਓ ਸਟੂਡੈਂਟ ਆਉਂਦਾ ਹੈ ਤਾਂ ਅਸੀਂ ਕੀ ਕਰਦੇ ਹਾਂ ਕਿ ਪਹਿਲਾਂ ਉਹਦੇ ਅਕੈਡਮਿਕ ਚੈੱਕ ਕਰਦੇ ਹਾਂ। ਅਕੈਡਮਿਕਸ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਸਟੂਡੈਂਟ ਦੇ 55% ਮਾਰਕਸ ਅਬਵ ਹੋਣ। ਜੇ ਉਹਨਾਂ ਦੇ ਅਪਰੋਕਸੀਮੇਟਲੀ ਚਲੋ 50% ਮਾਰਕਸ ਵੀ ਨੇ ਕਿਉਂਕਿ ਇਹ ਸਾਰਾ ਇੰਟਰਵਿਊ ਬੇਸਡ ਹੈ, ਇਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਕਿ ਕਿਵੇਂ ਇੰਟਰਵਿਊ ਕੰਡਕਟ ਹੁੰਦੀ ਹੈ। तो जे मार्क्स उन्होंने 50% के करीब भी ने या ग्रेजुएशन की हुई है उन्होंने 55% मार्क्स ने तो वो PG कोर्स करने जा रहे हैं या मास्टर्स कोर्स करने जा रहे हैं तो वो एलिजिबल होंगे ने। जे मैं गल करा IELTS की तो ਜਿਹੜੇ ਤਾਂ UG ਕੋਰਸ ਕਰਨ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਅੰਡਰ ਗ੍ਰੈਜੂਏਸ਼ਨ ਦੇ ਕੋਰਸ ਕਹਿੰਦੇ ਜਿਨ੍ਹਾਂ ਨੇ +2 ਕੀਤੀ ਹੈ ਉਹਨਾਂ ਲਈ ਸਾਡੀ ਕੋਸ਼ਿਸ਼ ਹੁੰਦੀ ਕਿ ਜੀ 5.5 ਬੈਂਡ 5 ਤੋਂ ਘੱਟ ਨਾ ਹੋਣ ਮਤਲਬ 5.5 not less than 5 ਬੈਂਡ ਹੋਣ ਤਾਂ ਉਹ ਐਲੀਜੀਬਿਲਿਟੀ ਕ੍ਰਾਈਟੇਰੀਆ ਕਵਰ ਕਰਦੇ ਨੇ। ਤੇ ਜਿਨ੍ਹਾਂ ਨੇ PG ਕੋਰਸ ਕਰਨ ਜਾਣੇ ਜਾਂ ਮਾਸਟਰਸ ਕਰਨ ਜਾਣੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਇੱਥੋਂ ਦੀ ਇੰਡੀਆ ਤੋਂ
ਉਹਨਾਂ ਦੀ ਸਾਡੀ ਕੋਸ਼ਿਸ਼ ਹੁੰਦੀ ਕਿ 6 ਬੈਂਡ ਨਾਟ ਲੈਸ ਦੈਨ 5.5 ਬੈਂਡ ਹੋਣ। ਹਾਂ, ਜਿਨ੍ਹਾਂ ਨੇ +2 ICSE ਬੋਰਡ ICSE ਬੋਰਡ ਜਾਂ CBSE ਬੋਰਡ ਤੋਂ ਕੀਤੀ ਹੋਈ ਹੈ ਉਹਨਾਂ ਨੂੰ IELTS ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਸਾਰਾ ਇੰਟਰਵਿਊ ਬੇਸਡ ਹੁੰਦਾ। ਵੀਜ਼ਾ ਅਫਸਰ ਨੇ ਤੁਹਾਨੂੰ ਫਿਜ਼ੀਕਲੀ ਬੁਲਾ ਕੇ 4-5 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਹੈ, ਉਹ ਸਾਰੀ ਗੱਲ ਇੰਗਲਿਸ਼ ਹੋਣੀ ਹੈ। ਜਿਹੜਾ ਤੁਹਾਡਾ ਨਾਲ ਸਪਾਊਸ ਵੀਜ਼ਾ ਨਾਲ ਜਾਂਦਾ ਹੈ ਉਹ ਚਾਹੇ ਕਿਸੇ ਵੀ ਲੈਂਗੁਏਜ ਗੱਲ ਕਰ ਸਕੇ, ਚਾਹੇ ਪੰਜਾਬੀ 'ਚ ਗੱਲ ਕਰੇ, ਹਿੰਦੀ 'ਚ ਗੱਲ ਕਰੇ, ਬਟ ਜਿਹੜਾ ਸਟੂਡੈਂਟ ਹੈ ਉਹਨੂੰ ਇੰਗਲਿਸ਼ 'ਚ ਗੱਲ ਕਰਨੀ ਪੈਂਦੀ ਹੈ। ਤੇ ਜਦੋਂ ਵੀਜ਼ਾ ਅਫਸਰ ਨੇ ਉਹਨੇ ਆਮਣੇ ਸਾਹਮਣੇ ਗੱਲ ਹੋਣੀ ਹੈ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਵੀ ਇਹ ਜਿਹੜਾ ਸਟੂਡੈਂਟ ਹੈ ਇਹਦੀ ਇੰਟੈਂਸ਼ਨਸ ਕੀ ਨੇ। ਤੋ ਮਾਰਕਸ ਜੇ ਘੱਟ ਵੀ ਹੋਣ ਤਾਂ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਇਹ ਸਾਰੇ ਇੰਟਰਵਿਊ ਬੇਸਡ ਹੈ। ਓਕੇ, ਸੋ ਸਟੂਡੈਂਟ ਆਇਆ 50% ਮਾਰਕਸ ਨੇ ਆਇਲਸ ਦੇ ਵਿੱਚ। ਜੇ ਆਇਲਸ ਨਹੀਂ ਵੀ ਕੀਤਾ ਹੋਇਆ ਬਟ ਅੰਗਰੇਜ਼ੀ ਆਉਂਦੀ ਹੈ, ਇੰਗਲਿਸ਼ ਬੋਲਣੀ ਆਉਂਦੀ ਹੈ ਤਾਂ ਕੋਈ ਦਿੱਕਤ ਨਹੀਂ। ਕੁਝ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੀ ਵਿਦਆਊਟ ਆਇਲਸ ਵੀ ਲੈਂਦੀਆਂ ਨੇ। ਅਦਰਵਾਈਜ਼ GMAT, ਜਿਵੇਂ ਮੈਂ ਲਾਸਟ ਜਿਹੜੀ ਵੀਡੀਓਜ਼ ਬਣਾਈਆਂ ਸੀ ਉਹ 'ਚ ਮੈਂ ਦੱਸਿਆ ਸੀ ਕਿ GMAT ਜਾਂ GRE ਜਾਂ SAT ਜਾਂ TOEFL ਇਹ ਕਿਵੇਂ ਯੂਜ਼ ਹੁੰਦੇ ਨੇ। ਹੁਣ ਜਿਹੜਾ GMAT ਹੈ ਇਹ MBA ਜਿਹੜੇ ਸਟੂਡੈਂਟ ਕਰਨ ਜਾਂਦੇ ਨੇ, ਇਹ ਐਕਚੁਅਲੀ ਗ੍ਰੈਜੂਏਟ ਮੈਨੇਜਮੈਂਟ ਐਡਮਿਸ਼ਨ ਟੈਸਟ ਹੁੰਦਾ ਹੈ। ਜੇ ਆਪਾਂ ਗੱਲ ਕਰੀਏ GRE ਦੀ, ਇਹ ਜਿਹੜੇ ਸਾਇੰਸ ਸਟੂਡੈਂਟ ਨੇ ਜਿਨ੍ਹਾਂ ਨੇ ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ ਦੇ ਲਈ ਉੱਥੇ ਉਹਨਾਂ ਦਾ ਇੱਕ ਟੈਸਟ ਹੁੰਦਾ ਹੈ, ਇਹ ਕਲੀਅਰ ਹੋਣਾ ਚਾਹੀਦਾ ਹੈ। ਜਾਂ ਜਿਹੜੇ SAT ਕਲੀਅਰ ਹੋਣੀ ਚਾਹੀਦੀ, ਜਿਵੇਂ ਆਪਾਂ ਸਕਾਲਰਸ਼ਿਪ ਜਿਹੜਾ ਐਪਟੀਚਿਊਡ ਟੈਸਟ ਕਹਿੰਦੇ ਨੇ, ਸਕਾਲਰਸ਼ਿਪ ਐਪਟੀਚਿਊਡ ਟੈਸਟ, ਇਹਨੂੰ SAT ਕਹਿੰਦੇ ਨੇ। ਜਾਂ TOEFL ਹੈ, ਟੈਸਟ ਆਫ ਇੰਗਲਿਸ਼ ਫੋਰਨ ਲੈਂਗੁਏਜ ਹੈ। ਸੋ ਇਹ ਡਿਫਰੈਂਟ ਯੂਨੀਵਰਸਿਟੀਜ਼ ਦੀ ਅਲੱਗ-ਅਲੱਗ ਕ੍ਰਾਈਟੇਰੀਆ ਹੁੰਦਾ। ਵੈਸੇ ਤਾਂ ਆਇਲਸ ਦੀ ਐਕਸੈਪਟੇਬਿਲਿਟੀ ਹੈ ਆਲ ਓਵਰ USA, ਪਰ ਜਿਨ੍ਹਾਂ ਨੇ ਕੋਰਸਿਸ ਮੈਨੇਜਮੈਂਟ ਦੇ ਕਰਨੇ ਨੇ, ਜਿਨ੍ਹਾਂ ਸਾਇੰਸ ਹੀ ਪੜ੍ਹਨੀ ਹੈ, ਤਾਂ ਉਹਨਾਂ ਲਈ GMAT ਜਾਂ GRE ਚੱਲਦੀ ਹੈ। ਖੈਰ, ਸੋ ਤੁਸੀਂ ਆਇਲਸ ਦੇ ਵਿੱਚ ਜੇ ਤਾਂ ਤੁਹਾਡੇ 5.5 ਬੈਂਡ ਨੇ ਜਾਂ ਤੁਸੀਂ ICSE ਬੋਰਡ ਦੇ ਵਿੱਚੋਂ ਜਾਂ CBSE ਬੋਰਡ ਚੋਂ ਤੁਹਾਡੇ 70% ਮਾਰਕਸ ਨੇ, ਫਿਰ ਤੁਹਾਨੂੰ IELTS ਲੋੜ ਨਹੀਂ ਹੈ। ਤੁਸੀਂ ਸਾਡੇ ਕੋਲ ਆਉਂਦੇ ਹੋ, ਅਸੀਂ ਤੁਹਾਡੇ ਕੋਲ ਪਾਸਪੋਰਟ ਲੈਂਦੇ ਹਾਂ, ਉਹਦੀ ਸਕੈਨ ਕਾਪੀ, ਫਿਰ ਤੁਹਾਡਾ ਇੱਕ LOR ਲੈਂਦੇ ਹਾਂ, ਦੈਟ ਇਜ਼ ਕਾ ਲੈਟਰ ਆਫ ਰਿਕਮੈਂਡੇਸ਼ਨ। ਸੈਕਿੰਡ ਤੁਹਾਡੇ ਕੋਲ SOP ਲੈਂਦੇ ਹਾਂ, ਸਟੇਟਮੈਂਟ ਪਰਪਸ ਕੀ, ਤੁਹਾਡਾ ਪਰਪਸ ਕੀ ਜਾਣਦਾ। ਫਿਰ ਤੁਹਾਡੇ ਕੋਲ 1 ਦਿਨ ਪੁਰਾਣਾ ਅਸੀਂ ਫੰਡ ਲੈਂਦੇ ਹਾਂ, ਬੈਂਕ ਸਟੇਟਮੈਂਟ ਲੈਂਦੇ ਹਾਂ, ਜਿਹਦੀ ਜਿਹੜੀ ਵੈਲਿਊ ਹੈ ਅਪਰੋਕਸੀਮੇਟਲੀ 20 ਲੱਖ ਦੇ ਕਰੀਬ ਹੋਣੀ ਚਾਹੀਦੀ ਹੈ। ਇਹ 20 ਲੱਖ ਕੀ ਚੀਜ਼ ਹੈ? ਇਹ 20 ਲੱਖ ਤਾਂ ਹੁੰਦਾ ਕਿ ਮੈਂ ਉੱਥੇ ਜਾ ਕੇ ਮੇਰੇ ਕੋਲ ਇੰਨੇ ਫੰਡ ਹੈਗੇ ਨੇ, ਸਫੀਸ਼ੀਐਂਟ ਫੰਡ ਨੇ ਕਿ ਮੈਂ ਉੱਥੇ ਆਪਣਾ ਗੁਜ਼ਾਰਾ ਕਰ ਸਕਦਾ ਵਾਂ, ਮੇਰਾ ਸਰਵਾਈਵਲ ਪੋਸੀਬਲ ਹੈ ਕਿ ਮੈਂ ਉੱਥੇ ਜੇ ਪੜ੍ਹਨਾ ਵੀ ਹੈ, ਜੇ ਮੈਂ ਉੱਥੇ ਖਾਣਾ ਪੀਣਾ ਵੀ ਹੈ, ਮੇਰਾ ਰਹਿਣਾ ਹੈ, ਮੇਰੀ ਪੂਰਾ ਐਕਸਪੈਂਸਿਸ ਨੇ ਉਹ ਮੈਂ ਬੀਅਰ ਕਰ ਸਕਦਾ ਵਾਂ। ਨਾਲ ਤੁਹਾਨੂੰ ਇੱਕ ਇਕਵੈਲੈਂਸੀ ਸਰਟੀਫਿਕੇਟ ਲਗਾਉਣਾ ਪੈਂਦਾ ਕਿ ਬੈਂਕ ਤੋਂ ਜੇ ਸਪੋਜ਼ ਤੁਸੀਂ 20 ਲੱਖ ਦੀ ਸਟੇਟਮੈਂਟ ਤੁਹਾਡੀ ਹੈ ਤਾਂ ਉਹਨੂੰ ਤੁਸੀਂ ਅੱਜ ਜੇ 77 ਰੁਪੀਜ਼ ਜੇ ਸਪੋਜ਼ ਜਾਂ 75 ਰੁਪੀਜ਼ ਡਾਲਰ ਹੈ ਤਾਂ ਤੁਸੀਂ ਉਹਨੂੰ ਡਿਵਾਈਡ ਕਰਦੇ ਹੋ, ਉਹਦੇ ਵਿੱਚ ਤੁਹਾਡੇ ਜਿੰਨੇ ਡਾਲਰਸ ਆਉਂਦੇ ਨੇ ਉਹਨੂੰ ਆਪਾਂ ਇਕਵੈਲੈਂਸੀ ਕਹਿੰਦੇ ਆ। ਤਾਂ ਉਹ ਵੀ ਤੁਹਾਨੂੰ ਬੈਂਕ ਤੋਂ ਇਸ਼ੂ ਕਰਾਉਣੇ ਪੈਂਦੇ ਨੇ। ਉਹ ਜਿਹੜੇ ਬੈਂਕ ਅਥਾਰਟੀ ਹੈ ਉਹ ਤੁਹਾਨੂੰ ਲਿਖ ਕੇ ਦਿੰਦੇ ਕਿ ਹਾਂ ਵੀ ਕਿ 20 ਲੱਖ ਨੂੰ ਆਪਾਂ ਜੇ ਡਾਲਰ 'ਚ ਕਨਵਰਟ ਕਰੀਏ ਤਾਂ ਇੰਨੇ ਡਾਲਰ ਇਹਨਾਂ ਦੇ ਖਾਤੇ ਵਿੱਚ ਹੈਗੇ ਨੇ। ਉਸ ਤੋਂ ਬਾਅਦ ਅਸੀਂ ਫਿਰ ਤੁਹਾਡਾ I-20 ਜਿਹੜੀ ਹੈ ਉਹ ਮੰਗਵਾਉਂਦੇ ਆ। ਇਸ ਤੋਂ ਪਹਿਲਾਂ ਤੁਸੀਂ ਮੈਡੀਕਲ ਵੀ ਕਰਵਾਉਂਦੇ ਆ, ਜਿਹੜੇ ਇੱਕ ਸਿੰਪਲ ਮੈਡੀਕਲ ਹੁੰਦਾ ਜਿਸ 'ਚ ਤੁਹਾਡੀ ਹਾਈਟ, ਵੇਟ ਜਾਂ ਐਕਸਰੇਜ਼ ਵਗੈਰਾ ਅਸੀਂ ਉਹ ਸਕੈਨ ਕਰਕੇ ਭੇਜਦੇ ਆ। ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਫਿਜ਼ੀਕਲੀ ਕੋਈ ਡਿਸੇਬਿਲਿਟੀਜ਼ ਨਹੀਂ ਹੈ, ਇਹ ਪਤਾ ਲੱਗ ਜਾਂਦੀ ਹੈ। I-20 ਜਿਹੜਾ ਹੈ ਇੱਕ ਸਰਕਾਰੀ ਡਾਕੂਮੈਂਟ ਹੁੰਦਾ। ਅਸੀਂ ਇਹ ਜਿਹੜੇ ਸਾਰੇ ਡਾਕੂਮੈਂਟ ਨੇ ਇਹ ਕੋਰੀ ਕਰਕੇ ਭੇਜਦੇ ਆ। I-20 ਦੀ ਤੁਹਾਨੂੰ ਅਲੱਗ ਫੀਸ ਦੇਣੀ ਪੈਂਦੀ ਹੈ ਯੂਨੀਵਰਸਿਟੀ ਵੱਲੋਂ, ਔਰ ਉਹਦੇ ਨਾਲ ਤੁਹਾਨੂੰ ਜਦੋਂ ਇਹ ਕੋਰੀਅਰ ਤੁਹਾਨੂੰ ਮਿਲਦਾ ਹੈ, ਇਹ 4 ਪੇਜਿਸ ਦਾ ਕੋਰੀਅਰ ਹੁੰਦਾ, ਇਹ ਅਪਰੋਕਸੀਮੇਟਲੀ 15 ਤੋਂ 20 ਦਿਨ ਤੁਹਾਨੂੰ ਕੋਰੀਅਰ ਮਿਲ ਜਾਂਦਾ। I-20 ਇਹ ਇੱਕ ਸਰਕਾਰੀ ਕਾਗਜ਼ ਹੈ। ਜਦੋਂ ਤੁਸੀਂ ਵੀਜ਼ਾ ਅਫਸਰ ਕੋਲ ਜਾਂਦੇ ਆ ਤੁਹਾਨੂੰ ਇਹ ਕਾਗਜ਼ ਲੈ ਕੇ ਜਾਣੇ ਪੈਂਦੇ ਨੇ ਕਿ ਵੀ ਮੈਂ F1 ਵੀਜ਼ਾ ਅਪਲਾਈ ਕੀਤਾ, ਇਹਦੇ ਵਿੱਚ ਮੈਨੂੰ ਮੈਂ ਆਹ ਯੂਨੀਵਰਸਿਟੀ ਸਿਲੈਕਟ ਕੀਤੀ ਹੈ, ਆਹ ਕੋਰਸ ਸਿਲੈਕਟ ਕੀਤਾ ਜਾਂ ਇਹ ਸਿਟੀ ਸਿਲੈਕਟ ਕੀਤੀ ਹੈ, ਇਹ ਕਿਉਂ ਕੀਤੀ ਹੈ, ਤੇ ਮੈਨੂੰ ਮੇਰੇ ਕੋਲ ਇੰਨੇ ਫੰਡ ਹੈਗੇ ਨੇ ਔਰ ਮੈਂ ਵਾਪਸ ਆ ਕੇ ਆਪਣਾ ਕੀ ਕਾਰੋਬਾਰ ਕਰਾਂਗਾ ਜਾਂ ਕੀ ਜੌਬ ਕਰਾਂਗਾ। ਇਹ ਤੁਸੀਂ ਜਦੋਂ ਇਹ I-20 ਲੈ ਕੇ ਜਾਂਦੇ ਹੋ ਤੇ ਵੀਜ਼ਾ ਅਫਸਰ ਤੁਹਾਨੂੰ ਇਹ ਪੁੱਛਦਾ, ਪਰ ਵੀਜ਼ਾ ਅਫਸਰ ਤੱਕ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਇੱਕ DS-160 ਫਾਰਮ ਭਰਨਾ ਪੈਂਦਾ। DS-160 ਫਾਰਮ ਜਿਹੜਾ ਹੈ ਇੱਕ ਵੀਜ਼ਾ ਫਾਰਮ ਹੁੰਦਾ। ਇਹ ਚਾਹੇ ਤੁਸੀਂ ਵਿਜ਼ਟਰ ਵੀਜ਼ਾ ਲਈ ਜਾਣਾ ਚਾਹੁੰਦੇ ਹੋ, ਚਾਹੇ ਸਟੱਡੀ ਵੀਜ਼ਾ ਲਈ ਜਾਣਾ ਚਾਹੁੰਦੇ ਹੋ, ਇਹ ਫਾਰਮ ਤੁਹਾਨੂੰ ਭਰਨਾ ਪੈਂਦਾ। ਇਹਦੇ ਨਾਲ ਇੱਕ ਸੇਵਿਸ ਫੀਸ ਹੁੰਦੀ ਹੈ ਜਿਹੜੀ ਕਿ ਪਹਿਲਾਂ 200 ਸੀ, ਹੁਣ $350 ਹੋ ਗਈ ਹੈ। ਤਾਂ ਇਹ ਇੱਕ ਸਟੂਡੈਂਟ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ ਹੁੰਦਾ ਹੈ, ਇਹ ਤੁਹਾਨੂੰ ਸੇਵਿਸ ਫੀਸ ਨਾਲ ਲਗਾਉਣੀ ਪੈਂਦੀ ਹੈ। ਇਹ $350 ਹੈ। ਤਾਂ $160 ਤੁਹਾਡੀ ਹੋਗੀ ਐਮਬੈਸੀ ਫੀਸ ਐਂਡ $350 ਹੋਗੀ ਤੁਹਾਡੀ ਸੇਵਿਸ ਫੀਸ। ਇਹ ਮਿਲਾ ਕੇ ਜਦੋਂ ਤੁਸੀਂ ਫੀਸ ਭਰਦੇ ਹੋ ਆਨਲਾਈਨ ਤੁਹਾਨੂੰ ਅਪਾਇੰਟਮੈਂਟ ਬੁੱਕ ਹੋ ਜਾਂਦੀ ਹੈ। ਤਾਂ ਜਦੋਂ ਅਪਾਇੰਟਮੈਂਟ ਬੁੱਕ ਹੁੰਦੀ ਹੈ ਫਿਰ ਤੁਸੀਂ ਇੱਕ ਦਿਨ ਤੁਹਾਡੇ ਬਾਇਓਮੈਟ੍ਰਿਕ ਹੁੰਦੇ ਨੇ ਔਰ ਸੈਕਿੰਡ ਡੇ ਤੁਹਾਡੀ ਜਿਹੜੀ ਹੈ ਉਹ ਇੰਟਰਵਿਊ ਹੁੰਦੀ ਹੈ। ਇੰਟਰਵਿਊ ਤੁਹਾਨੂੰ ਦੱਸਿਆ ਕਿ ਵੀ ਵੀਜ਼ਾ ਅਫਸਰ ਤੁਹਾਨੂੰ ਤੁਹਾਡੀ ਇੰਟੈਂਸ਼ਨ ਚੈੱਕ ਕਰਦਾ ਹੈ, ਉਹ ਤੁਹਾਡੀ ਬਾਡੀ ਲੈਂਗੁਏਜ ਚੈੱਕ ਕਰਦਾ ਹੈ, ਤੁਹਾਡੀ ਨੌਲੇਜ ਚੈੱਕ ਕਰਦਾ ਹੈ ਐਂਡ ਤੁਹਾਡਾ ਕੌਨਫੀਡੈਂਸ ਲੈਵਲ ਚੈੱਕ ਕਰਦਾ ਹੈ ਕਿ ਜੇ ਉਹਨੂੰ ਲੱਗਦਾ ਕਿ ਤੁਸੀਂ USA ਜਾ ਕੇ
ਪੜ੍ਹ ਸਕਦੇ ਹੋ ਤਾਂ ਉਹ ਤੁਹਾਨੂੰ ਡੈਫੀਨਿਟਲੀ ਵੀਜ਼ਾ ਗ੍ਰਾਂਟ ਕਰਦਾ ਹੈ। ਇਹਦੇ ਨਾਲ ਇੱਕ ਅੱਛੀ ਗੱਲ ਇਹ ਕਿ ਤੁਸੀਂ ਆਪਣੇ ਸਪਾਊਸ ਨੂੰ ਡੇ 1 ਨਾਲ ਲੈ ਕੇ ਜਾ ਸਕਦੇ ਹੋ, ਮਤਲਬ ਇੰਟਰਵਿਊ ਵੀ ਨਾਲ ਹੋ ਸਕਦੀ ਹੈ। ਵੀਜ਼ਾ ਅਫਸਰ ਤੁਹਾਨੂੰ ਵੀ ਗੱਲ ਕਰਦਾ ਹੈ, ਤੁਹਾਡੇ ਸਪਾਊਸ ਵੀ ਨਾਲ ਖੜ ਕੇ ਗੱਲ ਹੋ ਜਾਂਦੀ ਹੈ। ਔਰ ਨਾਲ ਹੀ ਹਾਂ, ਜ਼ਰੂਰੀ ਨਹੀਂ ਕਿ ਜੇ ਤੁਹਾਨੂੰ ਵੀਜ਼ਾ ਮਿਲ ਗਿਆ ਤੇ ਸਪਾਊਸ ਨੂੰ ਵੀਜ਼ਾ ਮਿਲੇ, ਉਹ ਹੋ ਸਕਦਾ ਕਿ ਵੀ ਉਹ ਲੇਡੀ ਵੀ ਹੋ ਸਕਦਾ। ਸੋ ਜੇ ਵੀਜ਼ਾ ਮਿਲ ਜਾਂਦਾ ਤੇ ਜੇ ਤੁਸੀਂ ਮੈਰਿਡ ਹੋ ਤੇ ਤੁਹਾਡੇ ਬੱਚੇ ਵੀ ਨਾਲ ਜਾ ਸਕਦੇ ਨੇ। ਸੋ ਇੱਕ ਸਟੂਡੈਂਟ ਜੇ ਮੈਰਿਡ ਹੈ, ਉਹਦਾ ਸਪਾਊਸ, ਉਹਦਾ ਪਲੱਸ ਉਹਦੇ ਬੱਚੇ ਵੀ ਡੇ 1 ਤੋਂ ਨਾਲ ਜਾ ਸਕਦੇ ਨੇ। ਔਰ ਜੇ ਆਪਾਂ ਗੱਲ ਕਰੀਏ 20 ਆਵਰਸ ਵਰਕ ਪਰਮਿਟ ਦੀ, ਤਾਂ ਸਟੂਡੈਂਟ ਨੂੰ ਤਾਂ ਮਿਲਣੀ ਹੈ, ਜਿਹੜਾ ਨਾਲ ਸਪਾਊਸ ਜਾਂਦਾ ਹੈ ਉਹਨੂੰ ਵੀ ਓਪਨ ਵਰਕ ਪਰਮਿਟ ਮਿਲਦਾ ਹੈ। ਉਹ ਵੀ ਉੱਥੇ ਜਾ ਕੇ ਕਿਸੇ ਵੀ ਕੰਪਨੀ ਨਾਲ ਜੁੜ ਕੇ ਉਹ ਕੰਮ ਕਰ ਸਕਦਾ ਹੈ। ਜੇ ਤੁਸੀਂ ਤੁਹਾਡੀ ਵਕੇਸ਼ਨ ਹੁੰਦੀਆਂ ਨੇ ਤਾਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਅੱਛਾ, ਇਹ ਤਾਂ ਹੋ ਗਿਆ ਕਿ ਵੀ ਤੁਹਾਡੀ F1 ਤੁਹਾਨੂੰ ਵੀਜ਼ਾ ਮਿਲ ਗਿਆ, ਤੁਸੀਂ ਹੁਣ USA ਚਲੇ ਗਏ। ਉਸ ਤੋਂ ਬਾਅਦ ਤੁਹਾਡੀ ਸਟੱਡੀ ਖਤਮ ਹੋ ਜਾਂਦੀ ਹੈ, ਮੰਨ ਲਓ ਤੁਹਾਡੀ 2 ਇਅਰਸ ਦੀ ਸਟੱਡੀ ਸੀ, ਉਹ ਖਤਮ ਹੋ ਗਈ। ਉਸ ਤੋਂ ਬਾਅਦ ਤੁਹਾਨੂੰ ਇੱਕ OPT ਮਿਲਦੀ, ਦੈਟ ਇਜ਼ ਕਾਲਡ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ। ਇਹ 12 ਮਹੀਨੇ ਤੋਂ ਲੈ ਕੇ 36 ਮਹੀਨੇ ਦੇ ਵਿੱਚ ਹੁੰਦੀ ਹੈ। ਹੁਣ ਇਸ ਦੇ ਦੌਰਾਨ ਤੁਸੀਂ ਆਪਣਾ ਇਟਸ ਜਸਟ ਲਾਈਕ ਏ ਇੰਟਰਨਸ਼ਿਪ। ਇਹ ਤੁਹਾਡੀ ਜਦੋਂ 12 ਤੋਂ 36 ਮਹੀਨੇ ਦੇ ਵਿੱਚ ਉਹ ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੇ ਮਹੀਨੇ ਦੀ ਉਹ OPT ਦਿੰਦੇ ਨੇ, ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ। ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਉਹੀ ਇੰਪਲਾਇਰ ਜਾਂ ਕਿਸੇ ਹੋਰ ਤੋਂ ਕੰਮ ਕਰਦੇ ਹੋ, ਉਹ ਤੁਹਾਨੂੰ ਜੇ ਤੁਸੀਂ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਤੁਸੀਂ ਉੱਥੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਉਸ ਵਰਕ ਪਰਮਿਟ ਨੂੰ ਕਹਿੰਦੇ ਨੇ H1B ਵੀਜ਼ਾ। तो ਜੇ ਤੁਹਾਨੂੰ ਵਰਕ ਮਿਲ ਜਾਂਦਾ ਤਾਂ 2 ਸਾਲ ਦਾ ਤੁਹਾਨੂੰ ਉਹ H1B ਵੀਜ਼ਾ ਵਰਕ ਨੂੰ ਮਿਲਦਾ ਹੈ। ਉਹ ਐਕਸਟੈਂਡਡ ਵੀ ਹੋ ਸਕਦਾ ਹੈ, ਅਗਲੇ 2 ਸਾਲ ਵੀ ਹੋ ਸਕਦਾ ਹੈ। तो ਜੇ ਤੁਸੀਂ ਇਦਾਂ ਉੱਥੇ ਲੀਗਲੀ ਤੌਰ ਤੇ ਰਹਿੰਦੇ ਹੋ, ਟੈਕਸਿਸ ਬੀਅਰ ਕਰਦੇ ਹੋ, ਉਹਨਾਂ ਦੇ ਭਰਦੇ ਹੋ, ਤਾਂ ਫਿਰ ਤੁਹਾਨੂੰ ਉਹੀ H1B ਵੀਜ਼ਾ ਗ੍ਰੀਨ ਕਾਰਡ ਦੇ ਵਿੱਚ ਵੀ ਕਨਵਰਟ ਹੁੰਦਾ, ਬਟ ਉਹਨੂੰ ਸਮਾਂ ਲੱਗਦਾ ਹੈ। ਸੋ ਇਹ ਨਹੀਂ ਹੈ ਕਿ ਤੁਸੀਂ ਅੱਜ ਸਟੱਡੀ ਵੀਜ਼ਾ ਲਿਆ ਔਰ ਨਾਲ ਹੀ ਤੁਹਾਨੂੰ ਵਰਕ ਮਿਲ ਗਿਆ, ਉਹ ਨਾਲ ਹੀ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਤਾ। ਤਾਂ ਇਹਦੇ ਵਿੱਚ ਪ੍ਰੋਸੈਸ ਹੈ। ਇਹਦੇ ਵਿੱਚ ਤੁਹਾਨੂੰ ਵਰਕ ਪਰਮਿਟ, ਪਹਿਲਾਂ ਤੁਹਾਨੂੰ ਸਟੱਡੀ ਹੈ, ਫਿਰ ਤੁਹਾਨੂੰ OPT ਹੈ, ਫਿਰ ਤੁਹਾਨੂੰ H1B ਵੀਜ਼ਾ ਹੈ, ਫਿਰ ਗ੍ਰੀਨ ਕਾਰਡ ਹੈ। ਅਲੱਗ-ਅਲੱਗ ਕਿਸਮ ਦੇ ਵੀਜ਼ੇ ਹੁੰਦੇ, ਕਿਉਂਕਿ ਹੁਣ ਮੈਂ ਕਿਉਂਕਿ F1 ਵੀਜ਼ਾ ਵੀ ਹੈ, J ਵੀਜ਼ਾ ਵੀ ਹੈ, M ਵੀਜ਼ਾ ਵੀ, ਇਹਦੇ ਬਾਰੇ ਆਪਾਂ ਹੁਣ ਡਿਸਕਸ ਨਹੀਂ ਕਰ ਸਕਦੇ ਕਿਉਂਕਿ ਉਹ ਟੌਪਿਕ ਨਹੀਂ ਹੈ ਆਪਣਾ, ਕਿਉਂਕਿ ਸਟੱਡੀ ਵੀਜ਼ਾ ਬਾਰੇ ਗੱਲ ਕਰਨੀ ਹੈ। ਤਾਂ ਜਿਹੜੇ ਸਟੂਡੈਂਟ F1 ਵੀਜ਼ਾ ਤੇ ਜਾਂਦੇ ਨੇ ਉਹਨਾਂ ਨੂੰ OPT ਮਿਲਦੀ ਹੈ, ਉਹਨਾਂ ਨੂੰ H1B ਵੀਜ਼ਾ ਮਿਲਦਾ ਹੈ, H1B ਵੀਜ਼ਾ ਮਿਲਦਾ ਹੈ, ਔਰ ਉਸ ਤੋਂ ਬਾਅਦ ਉਹ ਗ੍ਰੀਨ ਕਾਰਡ ਦੇ ਲਈ ਆਪਣੀ ਐਲੀਜੀਬਿਲਿਟੀ ਰੱਖਦੇ ਨੇ। ਸੋ ਤਕਰੀਬਨ 7-8-10 ਸਾਲ ਦੇ ਵਿੱਚ ਡਿਪੈਂਡਿੰਗ ਅਪਨ ਯੋਰ ਪਰਫਾਰਮੈਂਸ ਇਨ US ਤੁਸੀਂ ਉੱਥੇ ਗ੍ਰੀਨ ਕਾਰਡ ਵੀ ਲੈ ਸਕਦੇ ਹੋ। ਸੋ ਇਹਦੇ ਨਾਲ ਕੀ ਹੋਇਆ ਕਿ ਤੁਸੀਂ ਜਿਹੜੀ ਫੀਸ ਹੈ, ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਤੁਸੀਂ ਫੀਸ ਬਾਅਦ ਚੋਂ ਭਰਦੇ ਹੋ। ਤੁਹਾਡਾ ਵੀਜ਼ਾ ਲੱਗ ਗਿਆ, ਤੁਸੀਂ ਸੈਟੀਸਫਾਈ ਕਰਤਾ ਵੀਜ਼ਾ ਅਫੀਸਰ ਨੂੰ, ਫਿਰ ਤੁਸੀਂ ਉੱਥੇ ਵੀਜ਼ਾ ਫੀਸ ਜਿਹੜੀ ਹੈ, ਟਿਊਸ਼ਨ ਫੀਸ ਹੈ, ਉਹ ਭਰ ਸਕਦੇ ਹੋ। ਕਈ ਯੂਨੀਵਰਸਿਟੀਜ਼ ਤਾਂ ਕਹਿੰਦੇ ਕਿ ਤੁਸੀਂ US ਆ ਜਾਓ, ਸਾਨੂੰ ਉੱਥੇ ਜਾ ਕੇ ਵੀ ਫੀਸ ਦੇ ਸਕਦੇ ਹੋ। ਤਾਂ ਬਹੁਤ ਖੂਬਸੂਰਤੀ ਹੈ। ਸਿਰਫ I-20 ਤੱਕ ਤੁਹਾਨੂੰ ਫੀਸ ਨਹੀਂ ਪੈਂਦੀ, ਜਾਂ DS-160 ਦੀ ਫੀਸ ਹੋ ਗਈ, ਜਾਂ ਸੇਵਿਸ ਫੀਸ ਹੋ ਗਈ। ਇਹ ਕੋਈ ਬਹੁਤ ਜ਼ਿਆਦਾ ਫੀਸਾਂ ਨਹੀਂ, ਤਕਰੀਬਨ 40-45 ਹਜ਼ਾਰ ਦੇ ਕਰੀਬ ਤੁਹਾਡੀ DS-160 ਜਾਂ ਸੇਵਿਸ ਫੀਸ ਮਿਲਾ ਕੇ ਹੋ ਜਾਂਦੀ ਹੈ। ਤਾਂ ਤੁਹਾਨੂੰ ਜ਼ਿਆਦਾ ਰਿਸਕ ਨਹੀਂ ਹੁੰਦਾ। ਤੁਹਾਡੀ ਫੀ ਜਿਹੜੀ ਹੈ ਉਹ ਬਾਅਦ ਚ ਅਪਲਾਈ ਹੋਣੀ ਹੈ, ਔਰ ਹੋ ਸਕਦਾ ਕਿ ਤੁਸੀਂ US ਲੈਂਡ ਕਰਨ ਤੋਂ ਬਾਅਦ ਵੀ ਜਿਹੜੀ ਫੀਸ ਹੈ ਉਹ ਦੇ ਸਕਦੇ ਹੋ। ਸੋ ਕਹਿਣ ਦਾ ਮਕਸਦ ਇਹ ਹੈ ਕਿ ਜੇ ਸਪੋਜ਼ ਤੁਹਾਡਾ IELTS ਨਹੀਂ ਵੀ ਕਲੀਅਰ ਹੈਗਾ, ਤੁਹਾਡਾ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਵੀ ਹੈ, ਤਾਂ ਵੀ ਤੁਸੀਂ US ਜਾ ਕੇ ਪੜ੍ਹ ਸਕਦੇ ਹੋ। ਬਟ ਕੰਡੀਸ਼ਨ ਇਜ਼ ਦੈਟ ਕਿ ਯੋਰ ਇੰਗਲਿਸ਼ ਸ਼ੁੱਡ ਬੀ ਵੈਰੀ ਮਚ ਗੁੱਡ। ਤੁਹਾਡੀ ਬਹੁਤ ਵਧੀਆ ਇੰਗਲਿਸ਼ ਹੋਣੀ ਚਾਹੀਦੀ ਹੈ, ਅਦਰਵਾਈਜ਼ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਉਹ ਤੁਹਾਨੂੰ ਫੰਡ ਆਪਣੇ ਪ੍ਰੋਪਰ ਦਿਖਾਣੇ ਪੈਂਦੇ ਨੇ। ਹੁਣ ਤੁਹਾਡੇ ਜਿਹੜੇ ਫੰਡ ਸ਼ੋਅ ਕਰਨੇ ਨੇ, ਜਿਹੜੀ ਮੈਂ 20 ਲੱਖ ਦੀ ਗੱਲ ਕੀਤੀ ਹੈ, ਇਹ ਤੁਹਾਡੇ ਜਿਵੇਂ ਮੈਂ ਦੱਸਦਾ ਹੁੰਦਾ ਕਿ ਪੇਰੈਂਟਸ, ਗ੍ਰੈਂਡ ਪੇਰੈਂਟਸ ਦਾ ਸ਼ੋਅ ਕਰ ਸਕਦੇ ਨੇ, ਚਾਚੇ, ਮਾਮੇ, ਤਾਏ, ਤੁਹਾਡੇ ਫਸਟ ਲੈਵਲ ਦੇ ਜੋ ਵੀ ਰਿਲੇਸ਼ਨ ਸ਼ੋਅ ਕਰ ਸਕਦੇ ਨੇ। ਬਟ US ਦੇ ਵਿੱਚ ਇੱਕ ਸਭ ਤੋਂ ਵੱਡੀ ਖੂਬਸੂਰਤੀ ਕਿ ਤੁਹਾਡੇ ਇਹ 'ਚ ਫਰੈਂਡ ਸਰਕਲ ਦੇ ਵਿੱਚ ਵੀ ਤੁਹਾਡੇ ਰਿਲੇਟਿਵਸ ਵੀ ਤੁਹਾਡਾ ਜਿਹੜਾ ਫੰਡ ਹੈ ਉਹ ਸ਼ੋਅ ਕਰ ਸਕਦੇ ਨੇ, ਤੁਹਾਨੂੰ ਉਹ ਸਪਾਂਸਰ ਕਰ ਸਕਦੇ ਨੇ। ਸੋ 20 ਲੱਖ ਰੁਪਏ ਦਾ ਆਪਣਾ ਜਿਹੜੀ ਸ਼ੋਅ ਮਨੀ ਰੱਖੋ। ਹਾਂ, ਜਿਹੜੀ ਫੀਸਾਂ ਵਗੈਰਾ ਹੈਗੀਆਂ ਨੇ ਉਹ ਅਪਰੋਕਸੀਮੇਟਲੀ 7 ਲੱਖ ਦੇ ਕਰੀਬ ਫੀਸ ਹੈ। ਦੇਖੋ ਕੈਨੇਡਾ ਤੋਂ ਵੀ ਘੱਟ ਫੀਸਾਂ ਨੇ US ਦੀਆਂ, ਮਤਲਬ 5 ਲੱਖ, 6 ਲੱਖ, 7 ਲੱਖ ਦੇ ਡਿਪੈਂਡ ਕਰਦਾ ਕਿ ਯੂਨੀਵਰਸਿਟੀ ਕਾਲਜ ਕਿਹੜੇ ਨੇ। ਅਸੀਂ ਯੂਨੀਵਰਸਿਟੀ ਦੇ ਵਿੱਚ ਹੀ ਐਡਮਿਸ਼ਨ ਕਰਨੇ ਆ, ਤਾਂ ਅਪਰੋਕਸੀਮੇਟਲੀ 7 ਲੱਖ ਰੁਪਏ ਉਹ ਵੀ ਬਾਅਦ ਚੋਂ ਦੇਣਾ, ਉਹ ਵੀ ਸਰਕਾਰੀ ਕਾਲਜ ਦਾ। ਤਾਂ ਇੱਕ ਬਹੁਤ ਵੱਡਾ ਬੈਨੀਫਿਟ ਹੈ ਕਿ ਤੁਸੀਂ ਕਿਸੇ ਤੋਂ ਵੀ ਠੱਗੇ ਨਹੀਂ ਜਾਓਗੇ, ਖਾਸ ਤੌਰ ਤੇ ਜਦੋਂ US ਦਾ ਵੀਜ਼ਾ ਅਪਲਾਈ ਕਰਦੇ ਹੋ। ਸੋ ਇਹ ਬਹੁਤ ਵੱਡੇ ਬੈਨੀਫਿਟਸ ਨੇ। ਔਰ ਜੇ ਪ੍ਰਮਾਤਮਾ ਨਾ ਕਰੇ ਕਿ ਤੁਹਾਡੀ ਕੋਈ ਰਿਫਿਊਜ਼ਲ ਹੈ ਕੈਨੇਡਾ ਦੀ ਜਾਂ ਕਿਸੇ ਨਿਊਜ਼ੀਲੈਂਡ ਦੀ ਜਾਂ ਕਿਸੇ ਵੀ ਕੰਟਰੀ ਦੀ, ਤਾਂ ਤੁਸੀਂ ਇਹ ਸੋਚੋ ਕਿ ਉਸ ਰਿਫਿਊਜ਼ਲ ਦਾ US ਦੇ ਸਟੱਡੀ ਤੇ ਕੋਈ ਫਰਕ ਨਹੀਂ ਪੈਂਦਾ। ਹਾਂ, ਡਿਸਕਲੋਜ਼ ਕਰਨਾ ਪੈਂਦਾ ਤੁਹਾਨੂੰ ਕਿ ਮੇਰਾ ਫਲਾਣੀ ਕੰਟਰੀ ਦੇ ਵਿੱਚ ਫਲਾਣੇ ਈਅਰ ਦੇ ਵਿੱਚ ਵੀਜ਼ਾ ਰਿਫਿਊਜ਼ ਹੋਇਆ ਸੀ।
बट ਇਹਦਾ मतलब ये नहीं है कि ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਤਾਂ ਉਹ ਤੁਹਾਡੀ ਜਿਹੜੀ ਵੇਟੇਜ ਆ ਉਹ ਫਾਈਲ ਦੀ ਉਹ ਘਟ ਗਈ, ਕਿਉਂਕਿ ਇੰਟਰਵਿਊ ਹੋਣੀ ਹੈ ਔਰ ਇੰਟਰਵਿਊ ਦੇ ਵਿੱਚ ਜੇ ਵੀਜ਼ਾ ਆਫਿਸਰ ਨੂੰ ਐਮਬੈਸੀ ਆਫਿਸਰ ਨੂੰ ਕਲੈਰਿਟੀ ਹੁੰਦੀ ਹੈ ਕਿ ਇਹ ਸਟੂਡੈਂਟ ਜੈਨੂਨ ਹੈ ਤਾਂ ਫਿਰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ। ਸੋ ਕਹਿਣ ਦਾ ਮਕਸਦ ਇਹ ਹੈ ਕਿ ਜਿਹੜਾ ਯੂਐਸ ਦਾ ਸਟੱਡੀ ਵੀਜ਼ਾ ਹੈ, ਪਹਿਲੀ ਗੱਲ ਤਾਂ ਕਿ ਜਿਹੜੀ ਐਜੂਕੇਸ਼ਨ ਸਿਸਟਮ ਹੈ ਯੂਐਸ ਦਾ, ਇਹ ਵਨ ਆਫ ਦੀ ਫਾਈਨੈਸਟ ਕੰਟਰੀਜ਼ ਦੇ ਵਿੱਚੋਂ ਇਹ ਆਉਂਦਾ ਹੈ। ਜੇ ਮੈਂ ਕਹਾਂ ਕਿ ਕੈਨੇਡਾ ਨੂੰ ਜੇ ਆਪਾਂ ਇੱਕ ਡਿਜ਼ਾਇਰਡ ਡੈਸਟੀਨੇਸ਼ਨ ਸਮਝਦੇ ਹਾਂ ਤਾਂ USA ਵੀ ਸਟੂਡੈਂਟ ਦੀ ਇੱਕ ਡਿਜ਼ਾਇਰਡ ਡੈਸਟੀਨੇਸ਼ਨ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੀ ਇੰਪਲੋਇਮੈਂਟ ਰੇਸ਼ੋ ਹੈ, ਜੇ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ ਤਾਂ ਤੁਸੀਂ ਉੱਥੇ ਤੁਹਾਨੂੰ ਚੰਗੇ ਇੰਪਲੋਇਮੈਂਟ ਦੇ ਚਾਂਸਸ ਮਿਲ ਜਾਂਦੇ ਨੇ। ਔਰ ਜੇ ਸਪੋਜ਼ ਤੁਹਾਡਾ ਗ੍ਰੀਨ ਕਾਰਡ ਹੋ ਗਿਆ ਤਾਂ ਤੁਸੀਂ ਇਹ ਮੰਨੋ ਕਿ ਪੂਰੇ ਵਰਲਡ ਦਾ ਜਿਹੜਾ ਮਤਲਬ ਪਾਵਰਫੁਲ ਕੰਟਰੀ ਹੈ ਤੁਸੀਂ ਉਹਦੇ ਸਿਟੀਜ਼ਨ ਬਣ ਜਾਂਦੇ ਹੋ। ਸੋ ਕਹਿਣ ਦਾ ਮਕਸਦ ਇਹ ਹੈ ਕਿ ਜੋ ਵੀ ਪ੍ਰੋਸੈਸ ਮੈਂ ਦੱਸਿਆ ਇੱਕ ਬੜਾ ਟਰਾਂਸਪੇਰੈਂਟ ਪ੍ਰੋਸੈਸ ਹੈ। ਇਹਦੇ ਵਿੱਚ ਤੁਸੀਂ ਕਿਸੇ ਵੀ ਕਿਸਮ ਦਾ ਤੁਹਾਡੇ ਨਾਲ ਫਰਾਡ ਨਹੀਂ ਹੋ ਸਕਦਾ। ਤੁਸੀਂ ਕਿਸੇ ਵੀ ਕੰਸਲਟੈਂਟ ਨੂੰ ਐਡਵਾਂਸ ਕੋਈ ਫੀਸ ਦੇਣੀ ਨਹੀਂ, ਕੋਈ ਪੈਸਾ ਨਹੀਂ ਦੇਣਾ। I-20 ਦੀ ਜੋ ਫੀਸ ਹੈ ਉਹ ਦਿਓ, DS-160 ਦਿਓ, ਸੇਵਿੰਗ ਫੀਸ ਦਿਓ, ਇਹ ਸਾਰੀ ਸਰਕਾਰੀ ਫੀਸਾਂ ਨੇ। ਇਹ ਕ੍ਰੈਡਿਟ ਕਾਰਡ ਤੋਂ ਦੇ ਦਿਓ। ਤੁਹਾਨੂੰ ਜੋ ਅੱਜ ਦਾ ਰੇਟ ਹੈ ਸਪੋਜ਼ $75 ਰੇਟ ਹੈ ਤਾਂ ਤੁਸੀਂ ਉਹਦੇ ਨਾਲ ਮਲਟੀਪਲਾਈ ਕਰਕੇ ਦੇ ਦਿਓ। तो कोई भी कंसलटेंट ਤੁਹਾਡੇ ਤੋਂ ਜ਼ਿਆਦਾ ਫੀਸ ਨਹੀਂ ਲੈ ਸਕਦਾ। ਹਾਂ, ਕੰਸਲਟੈਂਟ ਦੀ ਚੋਣ ਕਿਵੇਂ ਕਰਨੀ ਹੈ ਉਹ ਤੁਹਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ। ਕੰਸਲਟੈਂਟ ਦੀ ਚੋਣ ਕਰਨ ਤੋਂ ਪਹਿਲਾਂ ਮੈਂ ਵੀਡੀਓਜ਼ ਬਣਾਈਆਂ ਨੇ ਕਿ ਸਭ ਤੋਂ ਪਹਿਲਾਂ ਇਹ ਦੇਖੇ ਕਿ ਉਹ ਸਰਕਾਰ ਤੋਂ ਮਨਜ਼ੂਰਸ਼ੁਦਾ ਹੋਵੇ, ਸ਼ੁੱਡ ਬੀ ਅਪਰੂਵਡ ਫਰਮ ਦ ਗਵਰਨਮੈਂਟ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਕੰਟਰੀ ਦੇ ਵਿੱਚ ਉਹਦੀ ਪਕੜ ਹੋਵੇ, ਨੌਲੇਜ ਹੋਵੇ। ਇਹ ਜ਼ਰੂਰੀ ਹੁੰਦਾ ਕਿ ਤੁਹਾਡੇ ਜਿਹੜੇ ਰਿਲੇਟਿਵਸ ਨੇ ਉਹੀ ਤੁਹਾਡਾ ਵੀਜ਼ਾ ਲਵਾ ਕੇ ਦੇਣਗੇ। ਕਈ ਵਾਰੀ ਆਪਾਂ ਮੂੰਹ ਮਿਲਾਜੇ ਜਾਂ ਆਪਾਂ ਨੂੰ ਅੱਖ ਦੀ ਸ਼ਰਮ ਨਾਲ ਕਿ ਚਲੋ ਮੇਰਾ ਮਾਮਾ ਇਹ ਕੰਮ ਕਰਦਾ ਜਾਂ ਮੇਰਾ ਚਾਚਾ ਕੰਮ ਕਰਦਾ ਤੇ ਮੈਂ ਤੋਂ ਵੀਜ਼ਾ ਲਵਾ ਲਵਾਂ, ਤਾਂ ਜ਼ਰੂਰੀ ਨਹੀਂ ਹੁੰਦਾ। ਬਹੁਤ ਓਪਨ ਮਾਰਕੀਟ ਹੈ। ਲੁਧਿਆਣੇ ਵਿੱਚ ਵੀ ਅਪਰੋਕਸੀਮੇਟਲੀ 1000 ਤੋਂ ਉੱਪਰ ਕੰਸਲਟੈਂਟ ਹੈ। ਪੰਜਾਬ ਦੇ ਵਿੱਚ 11000 ਤੋਂ ਉੱਪਰ ਕੰਸਲਟੈਂਟ ਹੈ। ਔਰ ਜੇ ਤੁਸੀਂ ਟੋਟੈਲਿਟੀ 'ਚ ਗੱਲ ਕਰਦੇ ਹੋ ਤੇ ਤੁਹਾਡੇ ਕੋਲ ਓਪਨ ਮਾਰਕੀਟ ਹੈ। ਤੁਸੀਂ 5 ਲੋਕਾਂ ਨੂੰ 10 ਲੋਕਾਂ ਨੂੰ ਫੋਨ ਕਰੋ, ਤੁਹਾਨੂੰ ਲੱਗਦਾ ਕਿ ਇਹਨਾਂ ਦੇ ਡਾਇਰੈਕਟ ਟਾਈ-ਅਪਸ ਹੈਗੇ ਨੇ ਔਰ ਨੌਲੇਜ ਅੱਛੀ ਹੈ ਤਾਂ ਤੁਸੀਂ ਉਹਨਾਂ ਤੋਂ ਵੀਜ਼ਾ ਅਪਲਾਈ ਕਰੋ। ਪਰ ਕੋਸ਼ਿਸ਼ ਇਹ ਕਰੋ ਕਿ ਫੀਸਾਂ ਜਿਹੜੀਆਂ ਨੇ ਇਹ ਆਪਣੇ ਅਕਾਊਂਟ ਤੋਂ ਜਮ੍ਹਾਂ ਕਰਾਓ। ਕਿਸੇ ਵੀ ਕੰਸਲਟੈਂਟ ਦੇ ਅਕਾਊਂਟ ਦੇ ਵਿੱਚ ਫੀਸ ਨਾ ਪਾਓ, ਨਾ ਫੀਸ ਪਾਓ ਤੇ ਨਾ ਹੀ ਕ੍ਰੈਡਿਟ ਕਾਰਡ ਦਾ ਕੋਈ ਜਿਹੜੀ ਸੇਵਿੰਗਸ ਫੀਸ DS-160 ਫੀਸ ਆ ਉਹ ਵੀ ਪਾਓ। ਉਹ ਵੀ ਆਪਣੇ ਕ੍ਰੈਡਿਟ ਕਾਰਡ ਤੋਂ ਦਿਓ ਤਾਂ ਕਿ ਬਿਲਕੁਲ ਸੇਫ ਹੋ ਜਾਓ। ਜਿਹੜੀ ਰਸੀਦ ਆਏਗੀ, ਜਿਹੜੀ ਰਿਸਿਪਟ ਆਏਗੀ ਉਹ ਤੁਹਾਡੇ ਮੋਬਾਈਲ ਤੇ ਆ ਜਾਏਗੀ, ਤੁਹਾਡੇ ਕੋਲ ਵੀ ਪ੍ਰੂਫ ਹੋਏਗਾ। ਸੋ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹ ਹੁੰਦੀ ਹੈ ਕਿ ਗਾਈਡ ਕਰਨਾ ਤਾਂ ਕਿ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਂਦੇ ਹੋ ਤੁਹਾਨੂੰ ਪਤਾ ਹੋਵੇ। ਦੇਖੋ, ਚੁਆਇਸ ਤੁਹਾਡੀ ਹੈ ਕਿ ਤੁਸੀਂ ਕਿਹੜੇ ਕੰਸਲਟੈਂਟ ਕੋਲ ਜਾਣਾ ਹੈ। ਜੇ ਸਾਨੂੰ ਪਤਾ ਹੋਵੇ ਕਿ ਵੀ ਇਹ ਕੰਸਲਟੈਂਟ ਇੱਥੇ ਰਹਿੰਦਾ ਹੈ, ਇਹਦਾ ਸੋਸ਼ਲ ਸਰਕਲ ਹੈ, ਇਸ ਤਰ੍ਹਾਂ ਦੀ ਇਹਦੀ ਨੇਚਰ ਹੈ, ਇੰਨੀ ਨੌਲੇਜ ਹੈ, ਇੰਨਾ ਪੜ੍ਹਿਆ ਲਿਖਿਆ ਹੈ, ਤਾਂ ਫਿਰ ਚਾਂਸਿਸ ਜਿਹੜੇ ਨੇ ਫਰਾਡ ਦੇ ਉਹ ਬਹੁਤ ਘੱਟ ਜਾਂਦੇ ਨੇ। ਹੁਣ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਜਿਹੜਾ ਇੱਕ ਕੰਸਲਟੈਂਟ ਹੈ ਉਹ ਖੁਦ ਕਿੰਨਾ ਪੜ੍ਹਿਆ ਹੋਇਆ। ਤੁਹਾਨੂੰ ਪਤਾ ਕਿ ਕਈ ਕੰਸਲਟੈਂਟ 10 ਫੇਲ ਨੇ, ਕੋਈ 12 ਫੇਲ ਨੇ, ਕੋਈ ਕਿਸੇ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਹੈ, ਕੋਈ ਅੰਡਰ ਗ੍ਰੈਜੂਏਟ ਨੇ, ਉਹ ਕੰਮ ਚੱਲਿਆ ਨਹੀਂ ਤੇ ਇਹ ਕੰਮ ਖੋਲ ਕੇ ਬਹਿ ਗਏ। ਸੋ ਸਾਡੀ ਇਹ ਜਿਵੇਂ ਆਪਾਂ ਇੱਕ ਕੋਈ ਛੋਟਾ ਜਿਹਾ ਸਮਾਨ, ਜੇ ਮੰਨ ਲਓ ਇੱਕ ਮੋਬਾਈਲ ਵੀ ਲੈਣਾ ਹੋਵੇ, ਇੱਕ LCD ਲੈਣੀ ਹੋਵੇ, ਕੋਈ AC ਲੈਣਾ ਹੋਵੇ, ਅਸੀਂ ਗੂਗਲ ਤੇ ਸਰਚ ਕਰਦੇ ਹਾਂ, ਅਸੀਂ ਉਹਦੀ ਕਾਸਟਿੰਗ ਦੇਖਦੇ ਹਾਂ, ਉਹਦੇ ਰੇਟਸ ਦੇਖਦੇ ਹਾਂ, ਉਹਦੀ ਸਪੈਸੀਫਿਕੇਸ਼ਨ ਚੈੱਕ ਕਰਦੇ ਹਾਂ। ਇਵਨ ਆਮ ਤੌਰ ਤੇ ਆਪਾਂ ਜਦੋਂ ਮੋਬਾਈਲ ਲੈਂਦੇ ਹਾਂ ਆਪਾਂ ਟੋਟਲ ਸਪੈਸੀਫਿਕੇਸ਼ਨ ਚੈੱਕ ਕਰਦੇ ਹਾਂ ਕਿ ਕਿੰਨੇ ਦਾ ਮੋਬਾਈਲ ਹੈ, ਆਨਲਾਈਨ ਕਿੰਨੇ ਦਾ ਮਿਲਦਾ ਹੈ, ਇਹ ਫਲਾਣਾ ਜਿਹੜਾ ਦੁਕਾਨਦਾਰ ਹੈ ਕਿੰਨੇ ਦਾ ਦੇ ਰਿਹਾ ਹੈ, ਇਹ ਸਾਨੂੰ ਕੀ ਕੀ ਨਾਲ ਚਾਰਜਰ ਦੇਗਾ, ਇਹ ਉਹ ਦੇਗਾ। ਤਾਂ ਉਹ ਹਰ ਚੀਜ਼ ਦੀ ਆਪਾਂ ਦੇਖਦੇ ਹਾਂ। ਤੇ ਇੱਥੇ ਆਪਾਂ ਕਿਸੇ ਵੀ ਕੰਸਲਟੈਂਟ ਕੋਲ ਜਾ ਕੇ ਆਪਾਂ 10-20 ਹਜ਼ਾਰ ਦੇ ਜਾਂਦੇ ਹਾਂ। ਫਿਰ ਬਾਅਦ ਚੋਂ ਕਹਿੰਦੇ ਕਿ ਉਹ ਤਾਂ ਜੀ ਉਹ ਭੱਜ ਗਿਆ ਜੀ, ਉਹ ਤਾਂ ਫਰਾਰ ਹੋ ਗਿਆ ਜੀ। ਤਾਂ ਗਲਤੀਆਂ ਸਾਡੀਆਂ ਵੀ ਹੁੰਦੀਆਂ ਨੇ। ਕੰਸਲਟੈਂਟ ਤਾਂ ਖੈਰ ਜਿਹੜੇ ਜੈਨੂਇਨ ਨੇ ਉਹ ਤਾਂ ਉੱਥੇ ਟਿਕੇ ਰਹਿਣਗੇ। ਜਿਹੜੇ ਦੂਸਰੇ ਕੰਸਲਟੈਂਟ ਨੇ ਉਹ ਆਏ ਤੇ ਗਏ। ਤੁਹਾਨੂੰ ਪਤਾ ਹੈ ਕਿ ਇਸ ਕੰਮ ਦੇ ਵਿੱਚ ਰੇਸ਼ੋ ਜਿਹੜੀ ਬੜੀ ਖਤਰਨਾਕ ਹੁੰਦੀ ਹੈ। ਇਹਦੇ 100 ਦੇ ਵਿੱਚੋਂ 30 ਕੰਸਲਟੈਂਟ ਜਿਹੜੇ ਹੁੰਦੇ ਨੇ ਉਹ ਜੈਨੂਇਨ ਹੁੰਦੇ ਨੇ, 70 ਜਿਹੜੇ ਕੰਸਲਟੈਂਟ ਨੇ ਉਹ ਚਲੇ ਜਾਂਦੇ ਨੇ। ਉਹ ਸਿਰਫ ਸ਼ਾਰਟ ਟਾਈਮ ਲਈ ਆਉਂਦੇ ਨੇ। ਉਹਨਾਂ ਦਾ ਸ਼ਾਰਟ ਟਾਈਮ ਗੋਲ ਹੁੰਦਾ ਹੈ ਕਿ ਬਸ ਬੰਦੇ ਆਏ, ਉਹਨਾਂ ਤੋਂ 10-20-30-40 ਹਜ਼ਾਰ ਰੁਪਏ, ਲੱਖ 2 ਲੱਖ ਲਿਆ ਤੇ ਭੱਜ ਲਏ। ਹੁਣ ਕਈ ਮੈਨੂੰ ਫੋਨ ਕਰਦੇ ਨੇ ਕਿ ਸਰ ਇੱਕ ਕੰਸਲਟੈਂਟ ਦਾ ਸਾਨੂੰ ਫੋਨ ਆਇਆ, ਉਹ ਕਹਿੰਦਾ 35 ਲੱਖ ਰੁਪਏ ਦੇ ਵਿੱਚ ਤੁਹਾਨੂੰ ਅਸੀਂ ਕੈਨੇਡਾ ਦਾ ਸ਼ੋਰਟ ਵੀਜ਼ਾ ਦੇ ਦਿਆਂਗੇ। 35 ਲੱਖ ਰੁਪਏ ਦੇ ਵਿੱਚ ਬੜਾ ਸੁਣ ਕੇ ਬੜੀ ਹੈਰਾਨੀ ਹੁੰਦੀ ਕਿ 35 ਲੱਖ ਦਾ ਮਤਲਬ ਕੀ ਹੁੰਦਾ ਕਿ 50 ਲੱਖ ਦੇ ਵਿੱਚ ਤੁਹਾਨੂੰ ਅਸੀਂ ਪਰਿਵਾਰ ਨੂੰ ਉੱਥੇ ਭੇਜ ਦਿਆਂਗੇ ਜੀ।
ਉਹ ਸਾਡੀ ਫੀਸ ਕਿੰਨੀ ਹੈ? 10,000 ਰੁਪਇਆ। 10,000 ਵਰਸਿਸ 35 ਲੱਖ ਰੁਪਇਆ। ਕੰਮ ਅਸੀਂ ਜਿਹੜਾ ਕਰਨਾ ਹੈ ਉਹ ਜੈਨੂਨ ਕਰਨਾ ਹੈ। ਉਹਨਾਂ ਨੇ ਕੀ ਕਰਨਾ ਹੁੰਦਾ ਤਾਂ ਮੈਂ ਦੱਸ ਦਿੰਦਾ ਕੀ ਕਰਦੇ ਕੀ ਨੇ। ਜਿਹੜਾ ਇਹੋ ਜਿਹੇ ਕੰਸਲਟੈਂਟ ਕਰਦੇ ਕੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਪਹਿਲਾਂ ਸਿਰਫ ਪਾਸਪੋਰਟ ਲੈਣ, ਸਾਨੂੰ ਸਿਰਫ ਪਾਸਪੋਰਟ ਚਾਹੀਦਾ ਬਸ। ਆਮ ਤੌਰ ਤੇ ਕੰਸਲਟੈਂਟ ਇਹੀ ਵਰਡ ਬੋਲਦੇ ਆ, ਮੈਨੂੰ ਜੀ ਪਾਸਪੋਰਟ ਦੇ ਦਿਓ, ਬਾਕੀ ਅਸੀਂ ਜਾਣੀਏ ਸਾਡੀ ਸਿਰਦਰਦੀ ਹੈ ਤੇ ਤੁਹਾਨੂੰ ਅਸੀਂ ਕੈਨੇਡਾ ਪਹੁੰਚਾ ਦਾਂਗੇ। ਤੇ ਸਾਡੇ ਮੂੰਹ ਚੋਂ ਲਾਰਾਂ ਨਿਕਲਦੀਆਂ ਨੇ ਕਿ ਲੈ ਵੀ ਤੇ ਗੱਲ ਬਣ ਗਈ। ਫਿਰ ਤਾਂ ਕਰਦੇ ਕੀ ਨੇ? ਜਾਲੀ ਤੁਹਾਡੀ ITRs ਮੀਨਸ ਇਨਕਮ ਟੈਕਸ ਰਿਟਰਨਸ। ਕਿਸੇ ਦੀਆਂ ITRs ਲੈ ਕੇ ਨਾਮ ਤੁਹਾਡਾ ਪਾ ਕੇ ਐਡਿਟ ਕਰਕੇ ਭੇਜਦੀਆਂ। ਫਸ ਗਏ ਜੇ ਨਿਕਲ ਗਏ ਤਾਂ ਵਧੀਆ। ਦੂਜਾ, ਕਿਸੇ ਦੇ ਫੰਡ, ਕਿਸੇ ਦੇ ਬੈਂਕ ਦੇ ਵਿੱਚ ਤੁਹਾਡਾ ਨਾਮ ਐਡਿਟ ਕਰਕੇ ਉਹ ਭੇਜਦਾ। ਤੀਜਾ, ਪ੍ਰਾਪਰਟੀ ਦੇ ਵਿੱਚ ਵੀ ਕਿਸੇ ਦੀ ਪ੍ਰਾਪਰਟੀ ਨਾਮ ਤੁਹਾਡਾ ਪਾਤਾ ਭੇਜਦਾ। ਫਰਦਾ ਤੁਹਾਡੇ ਨਾਮ ਦੀਆਂ ਲੱਗੀਆਂ, ਜਾਲੀ। ਇਹ ਕੰਮ ਚੱਲਦੇ ਨੇ। ਤੇ ਜੇ ਆਪਾਂ ਨੂੰ, ਜੇ ਮੈਂ ਦੱਸਦਾ ਹੁਣ ਕਿ ਵੀ ਇਹ ਸਾਰਾ ਕੰਮ ਹੁੰਦਾ ਹੈ, ਤੇ ਜੇ ਫਿਰ ਵੀ ਆਪਾਂ ਕੰਸਲਟੈਂਟ ਦੇ ਪਿੱਛੇ ਘੁੰਮਦੇ ਆ ਕਿ ਸਾਡੇ ਤੋਂ 20 ਲੱਖ ਲੈ ਲੈ, 30 ਲੱਖ ਲੈ ਲੈ, ਸਾਨੂੰ ਤਾਂ 5 ਲੈ ਲੈ, ਬਾਕੀ 25 ਲੱਖ ਬਾਅਦ ਚੋਂ ਲੈ ਲਈ, ਸਾਡੇ ਤੋਂ 10 ਲੱਖ ਲੈ ਲੈ, 15 ਲੱਖ ਬਾਅਦ ਚੋਂ ਲੈ ਲਈ। तो की फायदा ऐसे कंसलटेंट्स का और अपनी नॉलेज का भी कि जे सानू पता लगता वर्क परमिट जड़ा है या विजिटर वीज़ा इदा नहीं लगते। विजिटर वीज़ा लिए तुसी मैं जिन्हें भी वीडियोज़ बनाई ने यूट्यूब के सब दी मैं साइट्स लिखिया हुई ने, बोलियां हुई कि भी न्यूजीलैंड जाना हो तो किहड़ी साइट है, USA जाना हो किहड़ी साइट है। हुण ट्रैवल डॉक्स से आप जाना, जे आप DS 160 फॉर्म भरना है तो ट्रैवल डॉक्स से अपना फॉर्म भर लो, कितनी वड्डी गल हो। जे तुसी कैनेडा जाना है तो CAC.gc.ca की वैबसाइट है। तो सारी वैबसाइटां लिखिया हुई ने, उन्होंने खोल के देखो, वो सारिया चैकलिस्ट लिखिया होंगे ने कि सानू जे तुसी विजिटर वीज़ा जाना चाहते हो तो सानू ये डॉक्यूमेंट चाहिए ने, जे वर्क परमिट जाना चाहते हो तो सानू ये डॉक्यूमेंट चाहिए ने, जे तुसी परमानेंट रेजिडेंट जाना चाहते हो तो आह डॉक्यूमेंट चाहिए ने। हर एक अंबैसी ने अपनिया वैबसाइटां ते चैकलिस्ट लिखिया हुई ने। तो असी सानू वो कंसलटेंट का बोलना बड़ा वधिया लगता कि लियाओ जी पासपोर्ट लियाओ तो तुहानू भेजिए असीं कैनेडा ते आस्ट्रेलिया ते न्यूजीलैंड। तो ਜਿਹੜੇ ਉੱਥੇ ਬੈਠੇ ਨੇ ਇਮੀਗ੍ਰੇਸ਼ਨ ਆਫੀਸਰ, ਉਹ ਬੇਵਕੂਫ ਤਾਂ ਬੈਠੇ ਨਹੀਂ ਹੋਏ। ਆਖਰ ਉਹ ਵੀ ਦੇਖਦੇ ਕਿ ਆਪਣੀ ਬੋਡੀ ਲੈਂਗੁਏਜ ਦੇਖਦੇ ਨੇ। ਅੱਛਾ, ਫਿਰ ਆਂਦਾ ਜੀ ਉਹ ਜੀ ਫਰੈਂਡ ਦਾ ਮੁੰਡਾ ਚਲਾ ਗਿਆ ਸੀ ਜੀ, ਉਹਨਾਂ 30 ਲੱਖ ਦਿੱਤਾ ਸੀ ਜੀ। ਹੁਣ ਜੀ 100 ਦੇ ਵਿੱਚੋਂ ਇੱਕ ਨਿਕਲ ਗਿਆ ਬਾਈ ਚਾਂਸ, ਤਾਂ ਤੁਸੀਂ ਆਪਣੇ ਆਪ ਨੂੰ ਇੱਕ ਵਿੱਚ ਹੀ ਸਮਝਦੇ ਹੋ, ਬਾਕੀ ਜਿਹੜੇ ਵਿੱਚ ਸਮਝ ਕੇ ਦੇਖੋ ਕਿ ਇੰਨਾ ਪੈਸਾ ਖਰਾਬ ਕਰਕੇ ਕਿੱਥੇ ਜਾਵਾਂਗੇ ਆਪਾਂ। ਫਿਰ ਆਪਾਂ ਸੁਸਾਈਡ ਕਰਦੇ ਹਾਂ, ਫਿਰ ਪੁਲਿਸ ਕੋਲ ਜਾਂਦੇ ਹਾਂ, ਫਿਰ ਉਹਦੇ ਮਗਰ FIR ਕਰਾਉਂਦੇ ਆ, ਤੇ ਉਹ ਬੰਦਾ ਫਿਰ ਵੀ ਨਜ਼ਰ ਨਹੀਂ ਆਉਂਦਾ। ਉਹ ਲੁਧਿਆਣਿਓਂ ਜਾਂ ਪੰਜਾਬ ਤੋਂ ਭੱਜਿਆ, ਉਹ ਹੈਦਰਾਬਾਦ ਚਲਾ ਗਿਆ, ਉਹ ਯੂਕਰੇਨ ਚਲਾ ਗਿਆ। ਛੋਟੀ ਕੰਟਰੀਆਂ ਦੇ ਵਿੱਚ ਔਨ ਅਰਾਈਵਲ ਵੀਜ਼ੇ ਨੇ, ਉੱਥੇ ਭੱਜ ਜਾਂਦੇ ਨੇ। ਤੁਹਾਡੀਆਂ 30 50 ਲੱਖ ਦੀ ਠੱਗੀਆਂ ਮਾਰ ਕੇ ਭੱਜ ਜਾਂਦੇ ਨੇ। ਔਰ ਤੁਸੀਂ ਕਹਿੰਦੇ ਹੋ ਜੀ ਕੰਸਲਟੈਂਟ ਬੜੇ ਬੁਰੇ ਹੁੰਦੇ ਨੇ ਜੀ। ਤਾਂ ਦੇਖਭਾਲ ਤਾਂ ਆਪਾਂ ਨਹੀਂ ਕੀਤੀ, ਸਮਝ ਸਾਨੂੰ ਨਹੀਂ ਆਉਂਦੀ, ਔਰ ਫਿਰ ਆਪਾਂ ਦੂਸਰਿਆਂ ਨੂੰ ਕਹਿੰਦੇ ਆ ਕਿ ਵੀ ਇਹ ਕੀ ਹੋ ਗਿਆ ਸਾਡੇ ਨਾਲ। ਸੋ ਇੰਨੀਆਂ ਸਾਰੀਆਂ ਗੱਲਾਂ ਕਰਨ ਦਾ, ਜਿਹੜੀ ਮੈਂ ਪਿਛਲੇ 5-7 ਮਿੰਟ ਤੋਂ ਗੱਲਾਂ ਕੀਤੀਆਂ ਨੇ, ਮਨ ਬੜਾ ਖਰਾਬ ਹੁੰਦਾ, ਬੜਾ ਦੁਖੀ ਹੁੰਦਾ ਕਿ ਜਦੋਂ ਸਾਨੂੰ ਵੀ ਹੁੰਦਾ ਕਿ 30 ਲੱਖ ਦੇ ਵਿੱਚ ਸ਼ੋਰਟ ਵੀਜ਼ਾ ਲੈ ਲਓ। ਕਿਵੇਂ ਲੈ ਲਓ? ਸਾਰੀ ਤਾਂ ਜਾਲੀ ਡਾਕੂਮੈਂਟ ਲਾਣੇ ਨੇ, ਤੇ ਜੇ ਕੋਈ ਫੜੇਗੇ ਉੱਥੇ ਬਲੈਕ ਲਿਸਟ ਹੋ ਜਾਓਗੇ, ਜੇਲ੍ਹ ਹੋ ਜਾਏਗੀ, ਗੋਲੀ ਮਾਰ ਦੇਣਗੇ, ਕੀ ਕਰੋਗੇ ਉੱਥੇ? ਤੁਸੀਂ ਕਿਸੇ ਦੇ ਪੁੱਤ ਵੀ ਹੋ, ਕਿਸੇ ਦੇ ਫਾਦਰ ਵੀ ਹੋ, ਕਿਸੇ ਦੇ ਹਸਬੈਂਡ ਵੀ ਹੋ, ਤੁਹਾਡੇ ਕਿੰਨੇ ਰਿਲੇਸ਼ਨ ਚੱਲਦੇ ਨੇ, ਔਰ ਤੁਸੀਂ ਅੰਨੇ ਖੂਹ ਦੇ ਵਿੱਚ ਛਾਲ ਮਾਰ ਦਿੰਦੇ ਹੋ ਕਿ ਲੈ ਵੀ ਪੈਰਾਸ਼ੂਟ ਨਹੀਂ ਬੰਦੇ, ਕਿ ਬਸ ਗਏ ਤੇ ਗਏ ਜੀ। ਜ਼ਿੰਦਗੀ ਇੰਨੀ ਆਸਾਨ ਨਹੀਂ ਹੈ। ਥੋੜੀ ਜਿਹੀ ਇਹਨੂੰ ਆਪਾਂ ਸਿੱਖੀਏ। ਔਰ ਮੇਰਾ ਫਰਜ਼ ਨਹੀਂ ਬੰਦਾ ਸਾਰੀ ਗੱਲਾਂ ਕਰਦਾ, ਤੁਸੀਂ ਬਹੁਤ ਸਿਆਣੇ ਹੋ, ਮੇਰੇ ਵਿਊਅਰਸ ਬਹੁਤ ਸਿਆਣੇ ਨੇ, ਬਟ ਕੋਸ਼ਿਸ਼ ਇਹ ਹੁੰਦੀ ਹੈ ਕਿ ਜੀ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ, ਕਿਉਂ ਆਪਾਂ ਕਿਸੇ ਨਾਲ ਕੋਈ ਬੁਰਾ ਕਰੀਏ ਤੇ ਸੋਚੀਏ। ਕਿਉਂਕਿ ਬਾਬੇ ਨਾਨਕ ਨੇ ਵੀ ਕਿਹਾ ਕਿ ਸਰਬਤ ਦਾ ਭਲਾ ਕਰੀਏ ਆਪਾਂ, ਤੇਰਾ ਭਾਣਾ ਮਿੱਠਾ ਲੱਗਾ ਹੋਵੇ, ਕਿ ਆਪਾਂ ਸਭ ਦਾ ਭਲਾ ਸੋਚੀਏ, ਔਰ ਜਿਹੜੇ ਵੀ ਕਾਰੋਬਾਰ ਕਰੀਏ ਉਹ ਸੱਚੇ ਸੁੱਚੇ ਕਰੀਏ, ਤੇਰਾ ਕਰੀਏ, ਤਾਂ ਕਿ ਜੋ ਬਾਬੇ ਨਾਨਕ ਦੀ ਬਾਣੀ ਹੈ ਉਹਦੇ ਤਰੀਏ ਆਪਾਂ। ਸੋ ਗੱਲਾਂ ਜ਼ਿਆਦਾ ਹੋ ਗਈਆਂ, ਟੌਪਿਕ ਤੋਂ ਇਲਾਵਾ ਹੋ ਗਈਆਂ। ਸੋ ਆਪਾਂ ਗੱਲ ਕਰ ਰਹੇ ਸੀ ਸਟੂਡੈਂਟ ਵੀਜ਼ਾ USA ਦਾ। ਤਾਂ ਮੈਂ ਤੁਹਾਨੂੰ ਦੱਸਦਾ ਕਿ ਫੀਸਾਂ $160 ਹੈ, $351 ਫੀਸ ਹੈਗੀ ਹੈ CVZ, ਔਰ ਇੰਟਰਵਿਊ ਬੇਸਡ ਹੈ। ਇੰਟਰਵਿਊ ਦੇ ਬੇਸ ਤੇ ਤੁਹਾਨੂੰ ਵੀਜ਼ਾ ਮਿਲਣਾ ਹੈ। ਫੀਸ ਜਿਹੜੀ ਹੈਗੀ ਹੈ ਤੁਸੀਂ ਉਹ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ। ਔਰ ਬਾਕੀ ਆਪਣੇ LOR ਹੈ, ਲੈਟਰ ਆਫ ਰਿਕਮੈਂਡੇਸ਼ਨ ਹੈ, SOP ਹੈ, ਔਰ ਮੈਡੀਕਲ ਹੈ, ਬੈਂਕਿੰਗ ਹੈ। तो अपने फंड वगैरह शो करा दिओ तो तुहाडा वीज़ा लग सकता, कोई बहुत वड्डी गल नहीं है। सो समा इजाज़त नहीं दे रहा, आलमोस्ट 1-1.5 मिनट रह गया होया। सो अगली बारी दी अनाउंसमेंट कर देने। अगली बारी आपां गल करांगे USA दे विजिटर वीज़ा लई। और कोशिश यही है कि जिवें तुहानूं USA दा स्टडी वीज़ा
ਡਿਟੇਲ ਵਾਈਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇੱਦਾਂ ਹੀ ਆਪਾਂ ਗੱਲ ਕਰਾਂਗੇ ਜਿਹੜਾ USA ਦਾ ਵਿਜ਼ਟਰ ਵੀਜ਼ਾ ਕਿਵੇਂ ਲੈਣਾ ਹੈ, ਉੱਥੇ ਆਪਾਂ ਟੂਰਿਜ਼ਮ ਕਿਵੇਂ ਕਰ ਸਕਦੇ ਹਾਂ। ਫਿਲਹਾਲ ਥੋੜੀ ਦਿੱਕਤਾਂ ਹੈਗੀਆਂ ਨੇ ਹਾਲੇ 2-4 ਮਹੀਨੇ ਹਾਲੇ ਪਰਹੇਜ਼ ਕਰੀਏ ਆਪਾਂ। ਉਮੀਦ ਹੈ ਕਿ 31 ਮਾਰਚ ਤੋਂ ਬਾਅਦ ਬੜਾ ਕੁਝ ਵਧੀਆ ਹੋਣ ਵਾਲਾ ਹੈ, ਕਿਉਂਕਿ ਵੈਕਸੀਨੇਸ਼ਨ ਆ ਚੁੱਕੀ ਹੋਈ ਹੈ ਔਰ ਉਮੀਦ ਹੈ ਕਿ ਅਗਲੇ ਆਉਣ ਵਾਲੇ 2-3 ਮਹੀਨੇ ਦੇ ਵਿੱਚ ਟੋਟਲ ਸਿਨੈਰੀਓ ਚੇਂਜ ਹੋਏਗਾ ਔਰ ਇਮੀਗ੍ਰੇਸ਼ਨ ਖੁੱਲਣਗੀਆਂ, ਕਿਉਂਕਿ ਜਿਹੜੀਆਂ ਵੀ ਕੰਟਰੀਜ਼ ਨੇ ਉਹਨਾਂ ਦਾ ਸਾਰਾ ਦਾ ਕੰਮ ਹੀ ਟੂਰਿਜ਼ਮ ਬੇਸਡ ਔਰ ਐਜੂਕੇਸ਼ਨ ਬੇਸਡ ਹੁੰਦਾ ਹੈ। ਤੇ ਜਦੋਂ ਕਿਸੇ ਦੀ ਨਰਵਸ ਸਿਸਟਮ ਤੇ ਆਪਾਂ ਹੱਥ ਰੱਖਦੇ ਹਾਂ ਤੇ ਉਹ ਸਾਰੇ ਬੋਡੀ ਨੂੰ ਹੀ ਦਿੱਕਤਾਂ ਆਉਂਦੀਆਂ ਨੇ। ਸੋ ਕਿਸੇ ਵੀ ਕੰਟਰੀ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਸਟੂਡੈਂਟ ਤੇ ਬੇਸਡ ਹੈ। ਸਾਡੇ ਇੰਡੀਆ ਤੋਂ ਸਟੂਡੈਂਟ ਜਾਣਗੇ, ਉਹਨਾਂ ਨੂੰ ਵੀ ਫਾਇਦਾ ਹੋਏਗਾ, ਸਾਡੇ ਸਟੂਡੈਂਟ ਦੀ ਕੁਆਲਿਟੀ ਵਧੇਗੀ। ਜਿਹੜੇ ਇੱਥੇ ਪੜ੍ਹਨਾ ਚਾਹੁੰਦੇ ਨੇ ਉਹ ਵੀ ਪੜ੍ਹ ਸਕਦੇ ਨੇ, ਜਿਹੜੇ ਉੱਥੇ ਪੜ੍ਹਨਾ ਚਾਹੁੰਦੇ ਨੇ ਉੱਥੇ ਜਾ ਕੇ ਪੜ੍ਹ ਸਕਦੇ ਨੇ। ਸੋ ਇੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਨਾਲ 30 ਮਿੰਟ ਲਾਈਵ ਹੁੰਦੇ ਹੋ ਔਰ ਮਾਈ ਵੀਜ਼ਾ ਓਵਰਸੀਜ਼ ਦੇ ਵਿਚਾਰ ਸੁਣਦੇ ਹੋ। ਸੋ ਨੈਕਸਟ ਟਾਈਮ ਆਪਾਂ ਗੱਲ ਕਰਾਂਗੇ 19 ਫਰਵਰੀ ਨੂੰ USA ਦੇ ਵਿਜ਼ਟਰ ਵੀਜ਼ਾ ਲਈ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।